ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਫੇਰ ਇੱਕ ਵਾਰੀ ਹਾਜ਼ਰ ਹੋ ਚੁੱਕੇ ਹਾਂ ਤੇ ਸਾਡੇ ਗੈਸਟ ਵੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਨਾਲ ਸ਼ੋਭਿਤ ਨੇ ਤੇ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਜਿਹੜੇ ਗੈਸਟ ਨੇ ਜਾਗੋਵਾਲੇ ਸਿੰਘ ਭਾਈ ਸਤਵਿੰਦਰ ਸਿੰਘ ਜੀ ਕਵਿਸ਼ਰੀ ਜਥਾ, ਗੁਰਚਰਨਜੀਤ ਸਿੰਘ ਲਾਂਬਾ ਜਿਹੜੇ ਕਿ ਖਾਸ ਤੌਰ ਦੇ ਉੱਤੇ USA ਤੋਂ ਆਏ ਹੋਏ ਹਨ, ਤੇ ਪ੍ਰਵਿੰਦਰਪਾਲ ਸਿੰਘ ਜੀ ਬੁੱਟਰ ਦਮਦਮੀ ਟਕਸਾਲ ਵੱਲੋਂ, ਤੇ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ। ਤੇ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਪਤਾ ਹੀ ਹੈ ਕਿ ਜਿਹੜਾ 350 ਸਾਲ ਮਹਾਰਾਜ ਦੇ ਨਾਲ, ਤੇ ਉਹਨਾਂ ਬਾਰੇ ਜਾਣਕਾਰੀ ਲੈਂਦੇ ਆ ਕਿ ਉਹ ਟੇਵੀਡੇਲ ਗੁਰਦੁਆਰੇ ਜਿਹੜਾ ਹੈਗਾ ਲਾਈਵ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਸੰਗਤਾਂ ਦੇ ਰੂਬਰੂ ਕੀਤਾ ਜਾਂਦਾ ਹੈ। ਤੇ ਉਸ ਤੋਂ ਪਹਿਲਾਂ ਜਿਹੜੇ ਸਾਡੇ ਖਾਸ ਜਿਹੜੇ ਮਹਿਮਾਨ ਜਿਹੜੇ USA ਤੋਂ ਆਏ ਹੋਏ ਆ, ਉਹਨਾਂ ਨਾਲ ਤੁਹਾਡੀ ਕਰਾਉਂਦੇ ਆ, ਮੁਲਾਕਾਤ ਕਰਾਉਂਦੇ ਆ, ਤੇ ਉਹਨਾਂ ਦੇ ਕੋਲੋਂ ਜਿਹੜੇ ਹੈਗੇ ਕੁਝ ਕੁ ਸਵਾਲ ਜਿਹੜੇ ਨੇ ਆਪਣੇ ਸਿੱਖੀ ਬਾਰੇ ਉਹਨਾਂ ਕੋਲੋਂ ਪੁੱਛਦੇ ਆ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਜੀ ਆਇਆਂ ਜੀ ਇੰਗਲੈਂਡ ਦੀ ਧਰਤੀ ਦੇ ਉੱਤੇ। ਤੇ ਜਿਹੜਾ ਕਿ ਪ੍ਰੋਗਰਾਮ ਜਿਹੜੇ ਗੁਰੂ ਘਰ ਚੱਲ ਰਹੇ ਤੁਸੀਂ ਦੇਖੇ ਹੀ ਹੋਣੇ ਆ, ਤੇ ਉਹਨਾਂ ਬਾਰੇ ਕੀ ਵਿਚਾਰ ਤੁਹਾਡੇ? ਸਭ ਤੋਂ ਪਹਿਲੇ ਤੇ ਤੁਹਾਨੂੰ ਵੀ, ਤੁਹਾਡੇ ਰਾਹੀਂ ਵੀ ਤੇ ਤੁਹਾਡੇ ਚੈਨਲ ਦੇ ਰਾਹੀਂ ਵੀ ਸਾਰੇ ਜਗਤ ਨੂੰ, ਸਾਰੇ ਸਿੱਖ ਜਗਤ ਨੂੰ, ਸਾਰੇ ਸੰਸਾਰ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ, ਬਹੁਤ ਬਹੁਤ ਮੁਬਾਰਕਾਂ ਉਹਦੀਆਂ ਹੋਣ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਮਰਪਿਤ ਉਹਨਾਂ ਦਾ ਜੀਵਨ, ਉਹਨਾਂ ਦੀ ਬਾਣੀ, ਉਹਨਾਂ ਦੇ ਉਦੇਸ਼, ਉਹਨਾਂ ਦੇ ਆਸ਼ੇ, ਉਹਨਾਂ ਬਾਰੇ ਵਿਚਾਰ ਕਰਨ ਲਈ ਕਥਾ ਕੀਰਤਨ ਵਿਆਖਿਆਨ, ਉਹਦੇ ਬਾਰੇ ਇਹ ਜਿਹੜਾ ਟੇਵੀਡੇਲ ਗੁਰਦੁਆਰਾ ਸਾਹਿਬ ਵਿੱਚ ਜਿਹੜੇ ਉਪਰਾਲੇ ਆਰੰਭ ਕੀਤੇ ਗਏ ਹਨ ਤੇ ਕਾਫੀ ਚੜ੍ਹਦੀ ਕਲਾ ਦੇ ਵਿੱਚ ਨਜ਼ਰ ਆ ਰਹੇ ਹੈ। ਔਰ ਕੱਲ੍ਹ ਆਰੰਭਤਾ ਵੀ ਹੋਈ ਹੈ ਔਰ ਬੜੇ ਅੱਛੇ ਢੰਗ ਦੇ ਨਾਲ, ਜਿਹਦੇ 'ਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੀ ਆ ਰਹੇ ਆ, ਹੋਰ ਬਾਕੀ ਤੇ ਭਾਈ ਸਾਹਿਬ ਦੱਸਣਗੇ ਕੀ ਵੇਰਵਾ ਹੈਗਾ। ਸੋ ਉਸ ਦੇ ਸਿਲਸਿਲੇ 'ਚ ਪ੍ਰੋਗਰਾਮ ਰੱਖੇ ਗਏ ਔਰ ਜਿਹੜੇ ਕਿ ਕਾਫੀ ਮੁਬਾਰਕ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਉਹ ਸੰਪੂਰਨਤਾ ਹੈ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਆਰੰਭਿਆ ਗਿਆ ਸੀ 1469 ਦੇ ਵਿੱਚ, ਉਹਨਾਂ ਨੇ ਪ੍ਰਕਾਸ਼ ਲਿਆ ਔਰ ਇਹ ਇੱਥੇ ਆ ਕੇ ਜਿਹੜਾ ਮੁਕੰਮਲ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਸੋ ਖਾਲਸੇ ਦੀ ਸਿਰਜਣਾ, ਉਹਦੀ ਗੱਲ ਕਰਨੀ, ਬਲਕਿ ਆਪਣਾ ਸਵੈ ਪੜਚੋਲ ਵੀ ਹੈ ਤੇ ਅੱਗੋਂ ਲਈ ਮੰਜ਼ਿਲ ਤੈਅ ਕਰਨੀ, ਔਰ ਇੱਕ ਇਹ ਦੇਖਣਾ ਅਸੀਂ ਕਿੰਨਾ ਕੁ ਸਫ਼ਰ ਕੀਤਾ ਹੈ, ਕੀ ਕਰਨਾ ਔਰ ਕੀ ਨਹੀਂ ਕਰਨਾ, ਇਹਦੇ ਬਾਰੇ ਪ੍ਰੋਗਰਾਮ ਜਿਹੜਾ ਸ਼ਲਾਘਾਯੋਗ ਹੈ। ਬਿਲਕੁਲ ਬਿਲਕੁਲ। ਤੇ ਨਾਲ ਹੀ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ USA ਤੋਂ ਇੱਥੇ ਆਏ ਜੇ, ਕੀ ਮੇਨ ਮਕਸਦ ਕੀ ਇੱਥੇ ਆਉਣ ਦਾ? ਮਕਸਦ ਤੇ ਸੰਗਤ ਦੇ ਦਰਸ਼ਨ ਕਰਨੇ ਗੁਰਦੁਆਰਾ ਸਾਹਿਬ ਦੇ, ਕਿਉਂਕਿ ਗੁਰੂ ਸਾਹਿਬ ਦਾ ਤਾਂ ਆਦੇਸ਼ ਹੀ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ। ਜਿੱਥੇ ਵੀ ਖਾਲਸਾ ਵਸਦਾ ਉਸਨੇ ਉਸ ਦੀ ਗੱਲ ਅਗਰ ਕਰਨੀ ਹੈ, ਜੇ ਉਹਨਾਂ ਨੇ ਗੁਰੂ ਦੀ ਗੱਲ ਕਰਨੀ ਹੈ ਤੇ ਭਾਵੇਂ ਜਗ੍ਹਾ, ਨਾਲੇ ਮੈਨੂੰ ਤੁਸੀਂ ਕਹਿੰਦੇ ਮੈਂ USA ਤੋਂ ਆ ਰਿਹਾ, ਮੇਰਾ ਬਾਬਾ ਦੇ ਕਈ ਸਾਲ ਜਿਹੜਾ ਘਰੋਂ ਬਾਹਰ ਰਹਿ ਲੈਂਦਾ ਸੀ ਤੇ ਉਹਦੇ 'ਚ ਕਿਹੜੀ ਗੱਲ ਹੈ। ਗੁਰੂ ਸਾਹਿਬ ਇੰਨੀਆਂ ਯਾਤਰਾਵਾਂ ਕੀਤੀਆਂ। ਹਾਂ, ਮਕਸਦ ਅਗਰ ਸਹੀ ਹੋਏ ਫਿਰ ਉਹਦੇ ਵਿੱਚ ਕੋਈ ਗੱਲ ਨਹੀਂ। ਬਾਕੀ ਮੈਂ ਤਾਂ ਇੱਥੋਂ ਆਇਆ ਤੇ ਬਾਕੀ ਇੱਥੋਂ ਵੀ ਸਿੱਖ ਪੰਜਾਬ ਤੋਂ ਇੱਥੇ ਪਹੁੰਚ ਗਏ ਤੇ ਸ਼ਾਇਦ ਗੁਰੂ ਨਾਨਕ ਸਾਹਿਬ ਦਾ ਹੁਕਮ ਸੀ ਉਜੜ ਜਾਓ, ਚੰਗਿਆਂ ਨੂੰ ਇਹੀ ਕਿਹਾ ਸੀਗਾ। ਸੋ ਇਹ ਵੀ ਉਹਦੇ ਹੁਕਮ ਵਿੱਚ ਹੈ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਸੋ ਇਹ ਉਹਦੇ ਹੁਕਮ ਔਰ ਉਹਦੀ ਰਜ਼ਾ 'ਚ ਹੈ। ਬਾਕੀ ਜਿੱਥੇ ਵੀ ਜਾਂਦਾ, ਪਰ ਇੱਕ ਚੀਜ਼ ਬੜੀ ਮਹਿਸੂਸ ਹੁੰਦੀ ਹੈ ਜਦੋਂ ਵੀ ਬਾਹਰ ਜਾਈਏ, ਕਈ ਮੁਲਕਾਂ 'ਚ ਗਏ ਆ, ਇੱਕ ਹੈਰਾਨੀ ਵੀ ਹੈ ਔਰ ਇੱਕ ਬੜਾ ਥੋੜ੍ਹਾ ਸਮੰਜਸ ਵੀ ਹੈ। ਜਿੱਥੇ ਵੀ ਜਾਓ ਇੱਕੋ ਗੁਰਦੁਆਰਾ ਸਾਹਿਬ ਦਾ ਸਰੂਪ ਹੈ, ਉਹੀ ਸੰਗਤ ਦਾ, ਉਹੀ ਮੈਨਿਊ ਹੈ, ਲੰਗਰ ਦਾ ਕਹਿ ਲਓ ਜਾਂ ਕੜਾਹ ਪ੍ਰਸ਼ਾਦ ਦਾ ਕਹਿ ਲਓ। ਇਹਦਾ ਮਤਲਬ ਹੈ ਕਿ ਸਾਡਾ ਮੁੱਢ ਇੱਕ ਹੈ, ਸਾਡਾ ਤੁਰਾ ਇੱਕ ਹੈ, ਅਸੀਂ ਸ਼ੁਰੂਆਤ ਇੱਕ ਥਾਂ ਤੋਂ ਹੈ। ਇਹ ਚੀਜ਼ ਜਿਹੜੀ ਹੈ ਇੱਕ ਸੰਦੇਸ਼ ਵੀ ਦਿੰਦੀ ਹੈ। ਨਹੀਂ ਤਾਂ 100 ਸੁਸਾਇਟੀਆਂ ਬਣ ਜਾਣਗੀਆਂ, ਹਰ ਇੱਕ ਦਾ ਵੱਖਰਾ ਵੱਖਰਾ ਹੋਏਗਾ। ਪਰ ਤੁਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਚਲੇ ਜਾਓ, ਦੁਨੀਆ ਭਰ ਦੇ ਭਾਵੇਂ ਕਿਹੜੇ ਵੀ ਇਲਾਕੇ ਚਲੇ ਜਾਓ, ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਤੋਂ ਬਾਹਰ ਨਿਕਲ ਕੇ ਭਾਵੇਂ ਮਹਿਸੂਸ ਹੋ ਜਾਏ ਕਿ ਅਸੀਂ ਕਿਸੇ ਵੱਖ ਥਾਂ 'ਤੇ ਆ ਗਏ ਹਾਂ, ਕਿਸੇ ਜਿਓਗ੍ਰਾਫੀਕਲ ਖਿੱਤੇ ਦੇ ਵਿੱਚ। ਪਰ ਗੁਰਦੁਆਰਾ ਸਾਹਿਬ ਜਦੋਂ ਪਹੁੰਚ ਜਾਂਦਾ ਬੰਦਾ, ਫਿਰ ਉੱਥੇ ਲੱਗਦਾ ਕਿ ਵਾਪਸ ਮੁੜ ਆਪਣੇ ਘਰ ਪਹੁੰਚ ਗਿਆ। ਬਿਲਕੁਲ। ਤੁਸੀਂ ਕਾਫੀ ਮੀਡੀਆ ਦੇ ਨਾਲ ਜੁੜੇ ਹੋਏ ਹੋ, ਕਈ ਚੈਨਲਾਂ ਨਾਲ ਵੀ ਕੰਮ ਕੀਤਾ ਹੋਇਆ, ਉਹਨਾਂ ਨਾਲ ਵੀ ਜੁੜ ਕੇ ਜੀ। ਤੇ ਸਿਰਫ ਤੁਹਾਡੇ ਕੋਲ ਇੱਕ ਜਿਹੜਾ ਹੈਗਾ ਕੁਐਸਚਨ ਇਹੀ ਹੈ ਕਿ ਇਹੀ ਪੁੱਛਣਾ ਚਾਹੁੰਦਾ, ਕਿਉਂਕਿ ਇਹ ਮੇਰੇ ਅੰਦਰੋਂ ਕਈ ਵਾਰੀ ਨਿਕਲਦਾ ਹੁੰਦਾ, ਮੈਂ ਅਕਸਰ ਕਈਆਂ ਨੂੰ ਪੁੱਛਦਾ ਹੁੰਦਾ, ਪਰ ਅਜੇ ਤੱਕ ਮੈਨੂੰ ਜਿਹੜਾ ਸਹੀ ਜਵਾਬ ਨਹੀਂ ਉਸ ਚੀਜ਼ ਦਾ ਮਿਲਿਆ। ਸੌਖਾ ਸਵਾਲ ਪੁੱਛਣਾ ਨਹੀਂ ਹੈ ਤਾਂ ਸੌਖਾ ਹੀ ਹੈ ਕਿ ਜਿਹੜਾ ਕਿ ਇਸ ਵੇਲੇ ਜਿਹੜੀ ਸਿੱਖ ਕੌਮ ਜਿਹੜੀ ਹੈਗੀ ਹੈ ਵੰਡੀ ਹੋਈ ਹੈ। ਹਾਂਜੀ,
ਇਹ ਕਦ ਤੱਕ ਤੁਸੀਂ ਸੋਚਦੇ ਹੋ ਕਿ ਹੁਣ 350 ਸਾਲ ਜਿਹੜਾ ਮਨਾ ਕੇ ਅਸੀਂ ਹਟੇ, ਅਜੇ ਵੀ ਚੱਲ ਰਿਹਾ ਇੰਡੀਆ ਦੇ ਵਿੱਚ, ਅਜੇ ਵੀ ਚੱਲ ਰਿਹਾ ਇੱਥੇ ਗੁਰੂ ਘਰਾਂ 'ਚ ਚੱਲ ਰਿਹਾ, ਉਹਦਾ ਪੂਰਾ ਮਹੀਨਾ ਹੀ ਹੈ, ਜਨਵਰੀ ਦਾ ਮਹੀਨਾ ਪੂਰਾ ਚੱਲਣਾ ਹੈ ਜੀ। ਪਰ ਜਿਹੜੀ ਆਪਣੀ ਸਿੱਖ ਕੌਮ ਜਿਹੜੀ ਟੁੱਟੀ ਹੋਈ ਹੈ, ਇਹ ਕਦ ਤੱਕ ਸੋਚਦੇ ਹੋ ਕਿ ਕਦ ਤੱਕ ਇੱਕ ਦੂਜੇ ਨਾਲ ਜੁੜ ਕੇ ਪਿਆਰ ਨਾਲ ਇਤਫਾਕ ਨਾਲ ਚੱਲੇਗੀ ਤੇ ਇੱਕ ਉਹੀ ਜਿਹੜਾ ਮਿਸ਼ਨ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਿਸ਼ਨ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਜਿਹੜਾ ਧੁਰ ਤੋਂ ਚੱਲਦਾ ਆਇਆ, ਉਹਨਾਂ ਨੂੰ ਫੋਲੋ ਕਰਦੇ 10ਵੀਂ ਪਾਤਸ਼ਾਹੀ ਤੱਕ ਪਹੁੰਚਿਆ, ਤੇ ਉਹ ਜਿਹੜਾ ਹੈਗਾ ਅਸੀਂ ਤਾਂ ਉੱਥੇ ਛੱਡ ਦਿੱਤਾ ਹੋਇਆ, ਅਸੀਂ ਉਸ ਨੂੰ ਫੋਲੋ ਕਿੰਨਾ ਕੁ ਕਰਦੇ ਹਾਂ ਜੀ? ਕਿਉਂਕਿ ਸਵਾਲ ਤੇ ਬਹੁਤ ਲੰਬਾ ਹੋ ਜਾਂਦਾ, ਮਤਲਬ ਕਿ ਮੈਂ ਛੋਟ ਦੇ ਵਿੱਚ ਹੀ ਕਹਿਣਾ ਕਿ ਉਹ ਕਦੋਂ ਤੱਕ ਤੁਸੀਂ ਸੋਚਦੇ ਹੋ ਕਿ ਇਹ ਚੀਜ਼ ਆਪਣੇ ਹੱਥ ਦੇ ਵਿੱਚ ਆਏਗੀ ਕਿ ਸਾਰੀ ਸਿੱਖ ਕੌਮ ਇੱਕ ਥਾਂ ਤੇ ਇਕੱਠੀ ਹੋਏ ਜੀ, ਤੇ ਜਿਸ ਗੁਰੂ ਦਾ ਅੱਜ ਜੀ ਅਸੀਂ 300 ਸਾਲ ਮਨਾ ਰਹੇ ਹਾਂ ਜੀ, ਇਹੀ ਮੈਸੇਜ ਜਿਹੜਾ ਹੈਗਾ ਬੱਚਿਆਂ ਤੱਕ ਅਸੀਂ ਪਹੁੰਚਾਉਣਾ ਆ ਕਿ ਅਸੀਂ ਕਿਉਂ ਮਨਾ ਰਹੇ ਹਾਂ। ਜੇ ਕੌਮ ਇਕੱਠੀ ਹੋਏਗੀ ਤੇ ਬੱਚਿਆਂ ਤੱਕ ਮੈਸੇਜ ਪਹੁੰਚੇਗਾ, ਨਹੀਂ ਤਾਂ ਤੁਹਾਨੂੰ ਪਤਾ ਕਿ ਬੱਚੇ ਅੱਜ ਇੱਕ ਕੰਨ ਤੋਂ ਸੌਂਦੇ ਦੂਜੇ ਕੰਨ ਤੋਂ ਕੱਢ ਦਿੰਦੇ ਆ। ਬਸ ਮੇਰਾ ਮੇਨ ਸਵਾਲ ਇਹੀ ਹੈ ਕਿ ਕੌਮ ਇਕੱਠੀ ਕਦੋਂ ਤੱਕ ਹੋਏਗੀ, ਕਦੋਂ ਤੱਕ ਇਹ ਜਿਹੜੇ ਹੈਗੇ ਵਖਰੇਵਿਆਂ ਦੇ ਵਿੱਚ ਵਿਖਰੀ ਰਹੇਗੀ? ਜੇ ਤਾਂ ਇਹਦਾ ਜਵਾਬ ਆਮ ਪੋਲੀਟੀਕਲੀ ਕਰੈਕਟਨੈਸ ਨਾਲ ਦਿੱਤਾ ਜਾਏ ਤਾਂ ਬੜਾ ਸੌਖਾ ਹੈ, ਪਰ ਜੇ ਅਸਲੀਅਤ ਜਿਹੜੀ ਅਗਰ ਸੱਚਾ ਜਵਾਬ ਜਿਹੜਾ ਸਹੀ ਜਵਾਬ ਅਗਰ ਪੁੱਛੋਗੇ ਤਾਂ ਬਹੁਤ ਇਮਾਨਦਾਰੀ ਨਾਲ, ਕੋਈ ਮਜ਼ਾਕ ਨਹੀਂ, ਬਹੁਤ ਗੰਭੀਰਤਾ ਨਾਲ ਕੌਮ ਦੀ ਫੁੱਟ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਇਹ ਦਾਤੇ ਦੀ, ਦਾਤਾਰ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਕਾਰਨ ਉਸਦਾ ਇਹ ਹੈ, ਦੋ ਗੱਲਾਂ ਇਹਦੇ 'ਚ ਹੈਗੀਆਂ। ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ, ਦੇਸ਼ ਦੇ ਵਿੱਚ ਏਕਤਾ ਹੋ ਜਾਣੀ ਸੀ, ਰਾਸ਼ਟਰੀ ਏਕਤਾ ਹੋ ਜਾਣੀ ਸੀ। ਉਹ ਕਹਿੰਦੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਫੈਲਤੀ ਕੁਚੀਲਤਾ ਕਤੇਬਨ ਕੁਰਾਨ ਕੀ, पाप ही पर पक जाते धर्म तसक जाते वर्ण गरक जाते सहज विधान की, देवी देव देहुरे संतोख सिंगा दूर होते रीत मिट जाती कथा बेदन पुराण की, श्री गुरु गोबिंद सिंह पावन पावन रूप मूरत ना होती जो पे करुणा निदान की। जे गुरु गोबिंद सिंह साहब ना होंदे राष्ट्रीय एकता हो जानी सी। अज भी जेड़े व्यक्ति राष्ट्रीय एकता चाहते है ਉਹ ਅਸਲ ਵਿੱਚ ਯੂਨਿਟੀ ਆਫ ਕਮਿਊਨਿਟੀਜ਼ ਨਹੀਂ, ਯੂਨੀਫਿਕੇਸ਼ਨ ਆਫ ਰਿਲੀਜਨ ਦੀ ਗੱਲ ਕਰਦੇ, ਮਨਸ਼ਾ ਹੀ ਹੈ। ਸੋ ਇੱਥੇ ਏਕਤਾ ਮਾੜੀ ਹੈ, ਏਕਤਾ ਮਾੜੀ ਹੈ, ਖਤਰਨਾਕ ਹੈ। ਹਰ ਏਕਤਾ ਚੰਗੀ ਨਹੀਂ, ਹਰ ਫੁੱਟ ਮਾੜੀ ਨਹੀਂ। ਇਹ ਤਾਂ ਹੋ ਗਿਆ ਵੱਡੇ ਪਰਿਪੇਖ 'ਚ। ਜੇ ਕੌਮੀ ਪਰਿਪੇਖ 'ਚ ਦੇਖੀਏ, ਬੜੀ ਗੰਭੀਰਤਾ ਨਾਲ ਮੈਂ ਆਪ ਨੂੰ ਬੇਨਤੀ ਕਰ ਰਿਹਾ, ਸ਼ੁਰੂ ਤੋਂ ਮੁੱਢ ਕਦੀਮ ਤੋਂ ਤੁਸੀਂ ਇਤਿਹਾਸ ਦੇ ਵਰਕੇ ਫਰੋਲ ਲਓ। ਗੁਰੂ ਨਾਨਕ ਪਾਤਸ਼ਾਹ ਵੇਲੇ ਵੀ ਫੁੱਟ ਪਈ, ਗੁਰੂ ਅੰਗਦ ਦੇਵ ਜੀ ਵੇਲੇ ਪਈ, ਗੁਰੂ ਅਮਰਦਾਸ ਜੀ ਵੇਲੇ ਪਈ, ਗੁਰੂ ਰਾਮਦਾਸ ਜੀ ਵੇਲੇ ਪਈ, ਗੁਰੂ ਅਰਜਨ ਦੇਵ ਜੀ ਵੇਲੇ, ਨਹੀਂ ਤਾਂ ਧੀਰ ਮਲੀਏ, ਰਾਮ ਰਾਈਏ, ਇਹ ਸਾਰੇ ਗੁਰੂ ਅੰਸ਼ ਸੀ, ਗੁਰੂ ਘਰ ਦੇ ਵੰਸ਼ ਸੀ। ਕਦੀ ਇਹਨਾਂ 'ਚ ਫੁੱਟ ਪਈ। ਪਰ ਇੱਕ ਫਰਕ ਹੈ ਉਸ ਵੇਲੇ ਦਾ ਔਰ ਅੱਜ ਸਾਡੇ ਵਿੱਚ, ਇੱਕ ਫਰਕ ਹੈ। ਉਸ ਵੇਲੇ ਜਿਹੜਾ ਸਿੱਖ ਸੀ, ਗੁਰਮਤ ਨੂੰ ਸਮਰਪਿਤ ਸੀ, ਉਹ ਫੈਸਲਾ ਕਰਦਾ ਸੀ, ਨਿਰਣਾ ਕਰਦਾ ਸੀ ਕਿ ਇਹ ਦੋਨਾਂ ਦੇ ਵਿੱਚੋਂ ਸਹੀ ਕਿਹੜਾ ਹੈ, ਔਰ ਸਹੀ ਦੇ ਨਾਲ ਤੁਰਦਾ ਸੀ। ਅੱਜ ਸਾਡੀ ਹਾਲਤ ਇਹ ਹੈ ਅਸਲੀਅਤ ਵਿੱਚ ਕਿ ਜੇ ਮਤਲਬ ਕਿਧਰੇ ਲੀਡਰ ਲੜ ਰਹੇ ਹੈ, ਉਹਨਾਂ ਵਿੱਚ ਝਗੜਾ ਹੈ, ਕਿਧਰੇ ਕੋਈ ਮੁਸੀਬਤ ਹੈ, ਤਾਂ ਉਹ ਨਿਰਣਾ ਨਹੀਂ ਕਰਦਾ ਕਿ ਕੌਣ ਸਹੀ ਹੈ ਕੌਣ ਗਲਤ ਹੈ। ਇਹ ਉਹਦੇ ਜੁਰਤ ਨਹੀਂ ਰਹੀ, ਉਹਦੇ ਅੰਦਰ ਮੋਰਲ ਕਰਜ ਨਹੀਂ ਹੈ ਕਿ ਉਹ ਖੁੱਲ ਕੇ ਕਵੇ ਤੂੰ ਗਲਤ ਹੈ ਤੂੰ ਸਹੀ ਹੈ। ਉਹ ਕਹਿੰਦਾ ਜੀ ਤੁਸੀਂ ਲੜੋ ਨਾ, ਮੇਰੀ ਨੀਂਦ ਖਰਾਬ ਨਾ ਕਰੋ। ਤੁਸੀਂ ਕੰਪਨੀ ਦੇ ਮਾਲਕ ਹੋ, ਤੁਹਾਡੀ ਕੰਪਨੀ 'ਚ ਆ ਕੇ ਕਵੇ ਜੀ ਇਹ ਚੋਰੀ ਕਰ ਰਿਹਾ, ਤੁਸੀਂ ਕਦੀ ਕਹੋਗੇ ਕਿ ਜਾਓ ਤੁਸੀਂ ਸਮਝੌਤਾ ਕਰ ਲਓ? ਪਰ ਆਮ ਸਿੱਖ ਜਿਹੜਾ ਹੈ ਆਪਣੇ ਉਸ ਫਰਜ਼ ਤੋਂ ਦੂਰ ਜਾ ਚੁੱਕਾ, ਉਹ ਕਹਿੰਦਾ ਜੀ ਤੁਸੀਂ ਸਮਝੌਤਾ ਕਰੋ। ਜਿੰਨੀ ਦੇਰ ਤੱਕ ਸਿੱਖ ਉਸ ਉਦੇਸ਼ ਤੇ ਨਹੀਂ ਪਹੁੰਚੇਗਾ, ਗਲਤ ਨੂੰ ਗਲਤ ਔਰ ਸਹੀ ਨੂੰ ਸਹੀ ਕਹਿਣ ਦੀ ਜਾਂਚ ਨਹੀਂ ਆਏਗੀ, ਉਨੀ ਦੇਰ ਤੱਕ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਨਾ, ਪਰਵਾਹ ਨਹੀਂ ਕਿਸੇ ਕੇਰੀ ਬਾਝ ਸੱਚੇ ਨਾ, ਬਗੈਰ ਸੱਚੇ ਖਸਮ ਦੇ ਮੈਨੂੰ ਕਿਸੇ ਦੀ ਪਰਵਾਹ ਨਹੀਂ। ਪਰ ਮੈਨੂੰ ਤਾਂ ਮੇਰੀ ਨੌਕਰੀ ਦੀ, ਮੇਰੇ ਮਾਲਕਾਂ ਦੀ, ਮੇਰੇ ਪੋਲੀਟੀਕਲ ਲੀਡਰਾਂ ਦੀ, ਮੈਨੂੰ ਤੇ ਉਹਨਾਂ ਦੀ ਪਰਵਾਹ ਹੈ, ਗੁਰੂ ਦੀ ਤੇ ਹੈ ਨਹੀਂ। ਫਿਰ ਇਸੇ ਕਰਕੇ ਇਹ ਫੁੱਟ ਚੰਗੀ ਹੈ। ਕਾਰਨ ਚੰਗੀ ਕਿਉਂ ਹੈ? ਮੈਂ ਤੁਹਾਨੂੰ ਫਿਰ ਬੇਨਤੀ ਕਰਾਂ ਇੱਕ ਵਾਰ ਦੁਬਾਰਾ, ਕਿਸੇ ਬਾਪ ਦੀ ਜਾਇਦਾਦ ਕੀਮਤੀ ਹੋਏ, ਕਿਸੇ ਬਾਪ ਦੀ ਜਾਇਦਾਦ ਕੀਮਤੀ ਹੋਏ ਔਰ ਉਸਦੇ ਪੁੱਤਰ ਬੇਈਮਾਨ ਹੋਣ, ਡਾਂਗੋ ਡਾਂਗੀ ਹੋਣ, ਲਾਠੀ ਲਾਠੀ ਹੋਣ, ਔਰ ਉਸ ਵੇਲੇ ਮਤਲਬ ਉਹ ਬਾਪ ਦੀ ਜਾਇਦਾਦ ਬਚ ਜਾਂਦੀ ਹੈ, ਖੁਰਦ-ਬੁਰਦ ਨਹੀਂ ਹੁੰਦੀ। ਪਰ ਜੇ ਉਹ ਬੇਈਮਾਨ ਪੁੱਤਰ ਇਕੱਠੇ ਹੋ ਜਾਣ ਤਾਂ ਫਿਰ ਉਹ ਜਾਇਦਾਦ ਜਿਹੜੀ ਹੈ ਵਿਕ ਜਾਂਦੀ ਹੈ। ਚੰਦਰ ਸ਼ੇਖਰ ਨੇ ਕਿਹਾ ਸੀਗਾ, ਉਸਨੇ ਜਦੋਂ ਫਾਰਮਰ ਪ੍ਰਾਈਮ ਮਿਨਿਸਟਰ ਸੀ, ਕਹਿੰਦਾ ਸਰਕਾਰ ਖਰੀਦਣਾ ਚਾਹਤੀ ਹੈ, ਇਹ ਲੀਡਰ ਇਕੱਠੇ ਨਹੀਂ ਹੋ ਰਹੇ।
ਸੋ ਜੇਕਰ ਅਗਰ ਗੁਰੂ ਆਸ਼ਾਮੰਦ ਹੈ, ਇੱਕ ਗੱਲ ਯਾਦ ਰੱਖਣਾ, ਬਹੁਤ ਮਾਸਟਰ ਤਾਰਾ ਸਿੰਘ ਜੀ ਨੇ ਇੱਕ ਵਾਰ ਲੇਖ ਲਿਖਿਆ ਸੀ, ਕਹਿੰਦੇ ਲੀਡਰਾਂ ਦੀ ਫੁੱਟ ਚਾਹੀਦੀ ਹੈ, ਇੱਕ ਚੈੱਕ ਐਂਡ ਬੈਲੈਂਸ ਰਹੇਗਾ। ਲੀਡਰਾਂ ਦੀ ਫੁੱਟ ਚਾਹੀਦੀ ਹੈ, ਸਿੱਖਾਂ ਦੀ ਏਕਤਾ ਚਾਹੀਦੀ ਹੈ। ਸਿੱਖਾਂ ਦੀ ਏਕਤਾ ਹੋਏਗੀ, ਗੁਰੂ ਆਸ਼ੇ ਨੂੰ ਸਮਰਪਿਤ ਹੋ ਜਾਣ, ਲੀਡਰਾਂ ਦੀ ਅਗਵਾਈ ਤਾਂ ਮੰਨਣ ਜੇ ਲੀਡਰ ਸਹੀ ਹੋਣ। ਜੇ ਉਹਨਾਂ ਦੇ ਅੰਦਰ ਗੁਰਮਤ ਦੇ ਨਾਲ, ਗੁਰਬਾਣੀ ਦੇ ਨਾਲ, ਉਸ ਦੇ ਨਾਲ ਅਗਰ ਉਹਨਾਂ ਜੁਰਤ ਆ ਜਾਏਗੀ, ਉਸ ਦਿਨ ਏਕਤਾ ਹੋਏਗੀ। ਔਰ ਜਿਨ੍ਹਾਂ 'ਚ ਆ ਜਾਂਦੀ ਹੈ ਉਹਨਾਂ 'ਚ ਏਕਤਾ ਹੋ ਜਾਂਦੀ ਹੈ। ਅਗਰ ਦੂਜਿਆਂ ਦੀ ਨਹੀਂ ਵੀ ਹੁੰਦੀ ਤੇ ਉਹਦਾ ਕੋਈ ਫਰਕ ਨਹੀਂ ਪੈਂਦਾ। ਬਿਲਕੁਲ ਜੀ, ਬਿਲਕੁਲ। ਤੇ ਮੈਨੂੰ ਨਹੀਂ ਪਤਾ ਕਿੰਨਾ ਕੁ ਤੁਹਾਡਾ ਸਵਾਲ ਜਵਾਬ ਮਿਲਿਆ ਕਿ ਨਹੀਂ, ਉਹ ਵੀ ਰਿਜ਼ਰਵ ਹੈ। ਕੋਈ ਨਹੀਂ, ਉਹ ਵੀ ਪੁੱਛ ਲੈਨੇ ਆ। ਇਹ ਭਾਈ ਸਾਹਿਬ ਆਪਣੇ ਪ੍ਰਵਿੰਦਰਪਾਲ ਸਿੰਘ ਜੀ ਬੁੱਟਰ ਜੀ, ਤੁਸੀਂ ਇਹਨਾਂ ਦੀ ਗੱਲ ਨਾਲ ਕਿੰਨਾ ਕੁ ਸਹਿਮਤ ਜੇ? ਦੇਖੋ, ਗੱਲ ਤਾਂ ਇਹ ਵੀ ਠੀਕ ਹੈ ਕਿ ਸਾਡੇ ਸਾਹਮਣੇ ਜਦੋਂ ਚੰਗਾ ਤੇ ਮਾੜਾ ਦੋਵੇਂ ਪਰਪੇਖ ਹੋਣਗੇ, ਫੇਰ ਹੀ ਆਪਾਂ ਉਹਦੇ 'ਚੋਂ ਕੋਈ ਨਿਰਣਾ ਲੈ ਸਕਾਂਗੇ। ਗੱਲ ਜੋ ਇਹ ਵੀ ਕਹਿ ਰਹੇ ਵੀ ਠੀਕ ਨੇ। ਜਿਹੜਾ ਤੁਹਾਡਾ ਸਵਾਲ ਹੈ, ਮੈਂ ਇਹਨੂੰ ਇਸ ਹਿਸਾਬ ਨਾਲ ਦੇਖਦਾ ਆ, ਜਦੋਂ ਆਪਾਂ ਗੁਰਮਤ ਦੇ ਪੱਧਰ ਤੇ ਆਪਾਂ ਚੱਲ ਕੇ ਦੇਖੀਏ, ਮੈਂ ਆਮ ਤੌਰ ਤੇ ਇੱਕ ਬੇਨਤੀ ਕਰਦਾ ਹੁੰਦਾ ਆ ਵੀ ਸਤਿਗੁਰੂ ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਜੋ ਉਪਦੇਸ਼ ਦਿੱਤਾ, ਜੋ ਸਿੱਖਿਆ ਦਿੱਤੀ, ਅਸੀਂ ਗੁਰੂ ਕੀ ਮਤ ਅਨੁਸਾਰ ਆਪਣੀ ਮਤ ਨੂੰ ਢਾਲਣਾ ਸੀ। ਜੋ ਸਾਡੀ ਮਤ ਬੁੱਧ ਹੈ ਉਹਦੇ ਵਿੱਚ ਆਪਾਂ ਗੁਰੂ ਕੀ ਮਤ ਵਸਾਉਣੀ ਸੀ। ਸਾਡੇ ਵਿੱਚ ਘਾਟ ਕਿੱਥੋਂ ਆਈ ਕਿ ਅਸੀਂ ਗੁਰੂ ਕੀ ਮਤ ਦੀ ਵਿਆਖਿਆ ਆਪਣੀ ਮਤ ਮੁਤਾਬਕ ਕਰਨ ਲੱਗ ਪਏ। ਬਿਲਕੁਲ ਬਿਲਕੁਲ, ਇੱਥੋਂ ਘਾਟ ਆਈ ਹੈ। ਜਿੰਨਾ ਚਿਰ ਸਾਡੀ ਇਹ ਘਾਟ ਦੂਰ ਨਹੀਂ ਹੁੰਦੀ, ਉਹਨਾਂ ਚਿਰ ਸਾਡੇ ਵਿੱਚ ਜਿਹੜੀਆਂ ਵੰਡੀਆਂ ਪਈਆਂ ਰਹਿਣੀਆਂ। ਅਸੀਂ ਆਪਣੀ ਮਤ ਨੂੰ ਗੁਰੂ ਕੀ ਮਤ ਤੇ ਨਾ ਥੋਪੀਏ, ਅਸੀਂ ਗੁਰੂ ਮਹਾਰਾਜ ਦੀ ਵਿਸ਼ਾਲਤਾ ਨੂੰ ਆਪਣੀ ਬੁੱਧੀ ਦੇ ਕਲਾਵੇ ਵਿੱਚ ਨਾ ਲੈ ਕੇ ਆਈਏ, ਫੇਰ ਗੱਲ ਬਣਨੀ ਹੈ। ਤੇ ਜਿੰਨਾ ਚਿਰ ਅਸੀਂ ਇਹ ਸੋਚੀਏ ਵੀ ਗੁਰੂ ਮਹਾਰਾਜ ਨੇ ਆਹ ਕਿਉਂ ਕਰ ਦਿੱਤਾ, ਆਹ ਇਦਾਂ ਨਹੀਂ ਇਦਾਂ ਆ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ ਆ, ਮਹਾਰਾਜ ਆ ਕਹਿ ਨਹੀਂ ਸਕਦੇ, ਗੁਰੂ ਮਹਾਰਾਜ ਆ ਕਰ ਨਹੀਂ ਸਕਦੇ, ਉਹਦੇ ਨਾਲ ਇਹ ਆ ਜਿਹੜੇ ਗੁਰੂ ਤੇ ਨਿਸ਼ਚਾ ਰੱਖਣ ਵਾਲੇ ਨੇ, ਉਹਨਾਂ ਦਾ ਨਿਸ਼ਚਾ ਪਰਪੱਕ ਇਹੋ ਆ ਗਾ ਕਿ ਗੁਰੂ ਪਰਮਾਤਮਾ ਰੂਪ ਆ। ਗੁਰੂ ਨੇ ਜੋ ਕੀਤਾ ਉਹ ਠੀਕ ਕੀਤਾ, ਗਲਤ ਕੀਤਾ। ਇੱਥੇ ਆ ਕੇ ਵਿਚਾਰਾਂ ਦਾ ਟਕਰਾਅ ਹੋ ਜਾਂਦਾ। ਉਹ ਟਕਰਾਅ ਜਿਹੜਾ ਉਹ ਸਾਡੀ ਦੁਫੇੜ ਦਾ ਕਾਰਨ ਬਣ ਜਾਂਦਾ। ਅੱਜ ਸਾਡੀ ਕੌਮ ਵਿੱਚ ਇਹੋ ਕੁਝ ਹੀ ਹੋਇਆ। ਪਰ ਤੁਸੀਂ ਇਹ ਚੀਜ਼ ਸੋਚਦੇ ਹੋ ਕਿ ਜਦੋਂ ਇਹ ਦਫਾੜ ਪੈਂਦਾ ਆ, ਸੋਚ ਜਿਹੜੇ ਗੁਰੂ ਦੀ ਮੱਤ ਦੇ ਨਾਲ ਨਹੀਂ ਕੋਈ ਜੁੜਦਾ, ਜੁੜਦੇ ਵੀ ਹੈ, ਇਹ ਤਾਂ ਨਹੀਂ ਕਿ ਨਹੀਂ ਮੰਨਦੇ, ਉਸ ਦਾ ਭੋ ਡਰ ਉਹਨਾਂ ਕਈਆਂ ਨੂੰ, ਜਿਨ੍ਹਾਂ ਨੂੰ ਹੈ, ਦੋਨੋਂ ਪੱਖ ਨੇ। ਹਾਂਜੀ, ਪਰ ਅੱਜ ਦੇ ਟਾਈਮ ਦੇ ਵਿੱਚ ਜੇ ਲਾ ਕੇ ਚੱਲੀਏ ਕਿ ਡੇਰਾਵਾਦ ਜਿਹੜਾ ਹੈਗਾ ਆਪਣੇ ਪੰਜਾਬ ਦੇ ਵਿੱਚ ਕਿਉਂ ਪ੍ਰਫੁੱਲਤ ਹੈ, ਕਿਤੇ ਨਾ ਕਿਤੇ ਕਾਰਨ ਆਪਣਾ ਵੀ ਹੈ। ਕਿਉਂਕਿ ਅਸੀਂ ਇਹ ਸ਼ਾਇਦ ਹੋ ਸਕਦਾ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਮਝਾ ਨਹੀਂ ਸਕਦੇ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਜਾਂ ਸ਼ਾਇਦ ਉਹਨਾਂ ਨੂੰ ਉਹ ਚੀਜ਼ ਸਮਝ ਨਹੀਂ ਆਉਂਦੀ। ਇਹ ਵੀ ਕਾਰਨ ਹੋ ਸਕਦਾ ਕਿ ਨਹੀਂ? ਕਾਰਨ ਇਸ ਤਰ੍ਹਾਂ, ਸਭ ਤੋਂ ਪਹਿਲਾਂ ਇੱਕ ਡੇਰਾਵਾਦ ਦੀ ਜਿਹੜੀ ਪਰਿਭਾਸ਼ਾ ਉਹ ਵੀ ਸਮਝਣੀ ਪਵੇਗੀ। ਅੱਜ ਇਉਂ ਕਹਿ ਲਈਏ ਵੀ ਡੇਰਾਵਾਦ ਦੀ ਪਰਿਭਾਸ਼ਾ ਵੀ ਪਹਿਲਾਂ ਆਪਾਂ ਸਪਸ਼ਟ ਨਹੀਂ ਕਰਦੇ ਵੀ ਇਹ ਕੀ ਹੈ। ਕੁਝ ਡੇਰੇ ਐਸੇ ਨੇ ਜਿਹੜੇ ਨਿਰੋਲ ਗੁਰਮਤ ਦੇ ਧਾਰਨੀ ਨੇ, ਤੇ ਬਾਕੀ ਬਹੁ ਗਿਣਤੀ ਡੇਰਿਆਂ ਦੀ ਐਸੀ ਹੈ ਜਿਹੜੇ ਗੁਰਮਤ ਨਾਲੋਂ ਤੋੜ ਕੇ ਸਾਨੂੰ ਆਪਣੇ ਨਾਲ ਜੋੜਦੇ ਆ। ਕਾਰਨ ਇਹ ਬਣਦਾ ਸਾਡਾ ਗੁਰੂ ਸ਼ਬਦ ਤੇ ਨਿਸ਼ਚਾ ਨਾ ਹੋਣਾ। ਤੇ ਕੁਝ ਮੈਂ ਇਹ ਵੀ ਸੋਚਦਾ ਕਿ ਸਹੀ ਤਰੀਕੇ ਨਾਲ ਗੁਰ ਸ਼ਬਦ ਦੀ ਵਿਆਖਿਆ ਨਾ ਕਰ ਸਕਣਾ ਵੀ ਇੱਕ ਕਾਰਨ ਬਣਦਾ, ਜਿਹੜਾ ਅਖੌਤੀ ਗੁਰੂ ਡੰਮ ਦੇ ਦੁਆਲੇ ਦੁਨੀਆ ਜਾਂਦੀ ਹੈ। ਇੱਕ ਸਾਡਾ ਕੱਚਾ ਨਿਸ਼ਚਾ ਜਿਹੜਾ ਆ, ਆਪਾਂ ਜੋ ਗੁਰੂ ਮਹਾਰਾਜ ਦੀ ਬਾਣੀ ਦਾ ਸਿਧਾਂਤ ਹੈ ਉਸ ਨੂੰ ਸਮਝਣ ਦੇ ਲੈਵਲ ਤੱਕ ਤਾਂ ਗਏ ਨਹੀਂ ਹੁੰਦੇ, ਤੇ ਇੱਕ ਦੋ ਪੰਕਤੀਆਂ ਲੈ ਕੇ ਉਹਦੀ ਵਿਆਖਿਆ ਗਲਤ ਤਰੀਕੇ ਨਾਲ ਸੰਗਤਾਂ ਵਿੱਚ ਕਰ ਦਿੰਦੇ। ਸਾਡੇ ਪ੍ਰਚਾਰਕ ਵਰਗ ਤੇ ਵੀ ਜ਼ਿੰਮੇਵਾਰੀ ਆਉਂਦੀ ਹੈ। ਬਿਲਕੁਲ, ਹਾਂਜੀ। ਜਦੋਂ ਅਸੀਂ ਸਹੀ ਤਰੀਕੇ ਨਾਲ ਸਮਝਾਵਾਂਗੇ ਵੀ ਗੁਰੂ ਕਾ ਆਸ਼ਾ ਇਹ ਹੈ, ਫਿਰ ਇੱਕ ਸਾਡੇ ਇਹਦੇ ਵਿੱਚ ਦੁਨਿਆਵੀ ਲਾਲਚ ਵੀ ਸਾਡੇ ਕਾਰਨ ਬਣਦੇ ਨੇ। ਕਈ ਆਪਾਂ ਦੇਖੀਏ ਜਿਹੜੇ ਹੈਗੇ ਨੇ ਪਖੰਡੀ ਡੇਰੇਦਾਰ, ਉਹ ਲੋਕਾਂ ਨੂੰ ਦੁਨਿਆਵੀ ਲਾਲਚ ਕਈ ਦੇ ਕੇ ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਆ। ਇਹ ਵੀ ਕਾਰਨ ਬਣਦਾ ਕਿ ਗੁਰਮਤ ਸਾਨੂੰ ਦੁਨਿਆਵੀ ਲਾਲਚਾਂ ਤੋਂ ਉੱਪਰ ਉੱਠਣ ਦੀ ਗੱਲ ਕਰਦੀ ਹੈ। ਬੇਸ਼ੱਕ ਦੁਨੀਆ ਵਿੱਚ ਕੋਈ ਸਾਡੇ ਕੋਈ ਮਸਲੇ ਨੇ, ਕੋਈ ਕਿਸੇ ਤਰ੍ਹਾਂ ਦੇ ਕੋਈ ਕਹਿ ਲਈਏ ਧਨ ਦੌਲਤ ਦਾ ਮਸਲਾ ਕਹਿ ਲਈਏ, ਸਾਡੀ ਹੋਰ ਕੋਈ ਕਮਾਈ ਦਾ ਕਹਿ ਲਈਏ, ਇਨਕਮ ਦਾ ਸਾਧਨ, ਕੋਈ ਸਾਡੀਆਂ ਮੁਸ਼ਕਲਾਂ ਦੀ ਹੱਲ ਕਰਨ ਦੀ ਗੱਲ ਆ। ਬੇਸ਼ੱਕ ਜ਼ਿੰਦਗੀ ਵਿੱਚ ਇਹ ਗੱਲਾਂ ਵੀ ਲੋੜੀਂਦੀਆਂ ਹੁੰਦੀਆਂ ਨੇ, ਪਰ ਸਤਿਗੁਰੂ ਮਹਾਰਾਜ ਦੀ ਗੁਰਬਾਣੀ ਸਾਨੂੰ ਇਹਨਾਂ ਤੋਂ ਉੱਪਰ ਉੱਠ ਕੇ ਇੱਕ ਪਰਮਾਤਮਾ ਨਾਲ ਜੁੜਨ ਦਾ ਸੰਦੇਸ਼ ਦਿੰਦੀ ਹੈ। ਇਸ ਗੱਲ ਨੂੰ ਜਿੰਨਾ ਚਿਰ ਆਪਾਂ ਨਹੀਂ ਸਮਝਦੇ, ਉਹਨਾਂ ਚਿਰ ਜਿਹੜੇ ਇਹ ਦੁਜੈਗੀਆਂ, ਇਹ ਦੁਫੇੜਾਂ ਜਿਹੜੀਆਂ ਇਸ ਤਰ੍ਹਾਂ ਕਾਇਮ ਰਹਿੰਦੀਆਂ ਨੇ। ਬਿਲਕੁਲ ਜੀ, ਬਿਲਕੁਲ। ਤੇ ਭਾਈ ਸਾਹਿਬ ਜੀ, ਤੁਹਾਨੂੰ ਸਤਵਿੰਦਰ ਸਿੰਘ ਜੀ, ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਜਿਹੜੇ ਆਪਣੇ ਸੰਤ ਜਿਹੜੇ ਹੈਗੇ ਨੇ, ਜਿਨ੍ਹਾਂ ਨੇ ਮਾਤਾ ਗੁਜਰੀ ਬਾਰੇ ਜਿਹੜੇ ਹੈਗੇ ਆ ਕਾਫੀ ਜਿਹੜਾ ਹੈਗਾ ਬੋਲ ਕਬੋਲ ਜਿਹੜੇ ਬੋਲੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਮਾਤਾ ਨੂੰ ਇਹ ਚੀਜ਼ ਕਹੀ ਹੈ, ਤੁਸੀਂ ਇਹ ਚੀਜ਼ ਨੂੰ ਕਿੰਨਾ ਕੁ ਸੱਚ ਮੰਨਦੇ ਜੇ?
ਕਿਉਂਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਬੁਲਾਇਆ ਗਿਆ ਪਰ ਉਹ ਨਹੀਂ ਪਹੁੰਚੇ ਉੱਥੇ, ਤੇ ਉਹਦੇ ਬਾਰੇ ਕੀ ਕਹਿਣਾ? ਉਹ ਗਲਤ ਕਿਹਾ ਜੀ, ਉਹ ਜਿਹੜਾ ਬੰਦਾ ਹੀ ਗਲਤ ਆ ਉਹਨੇ ਗਲਤ ਕੰਮ ਕਰਨਾ ਹੀ ਕਰਨਾ ਜੀ। ਜਿਹੜੇ ਸਿੱਖ ਕੌਮ ਦੇ ਵਿੱਚ ਉਹ ਕੋਈ ਸਿੱਖ ਕੌਮ ਨਾਲ ਉਹਨਾਂ ਦਾ ਕੋਈ ਲਗਾਅ ਨਹੀਂਗਾ, ਉਹਨਾਂ ਦੀ ਆਪਣੀ ਜਥੇਬੰਦੀ ਆ, ਆਪਣੀ ਉਹ ਮਨ ਦੀ ਮਰਜ਼ੀ ਕਰਕੇ ਇੱਕ ਡੇਰਾ ਚਲਾ ਰਹੇ, ਤੇ ਉਹਨਾਂ ਨੇ ਉਸ ਹਿਸਾਬ ਨਾਲ ਉਹਦੀ ਵਿਆਖਿਆ ਕਰਨੀ ਆ। ਪਰ ਉਹਨਾਂ ਨੂੰ ਚਾਹੀਦਾ ਵੀ ਇਹੋ ਜਿਹੇ ਸਮੇਂ ਦੇ ਵਿੱਚ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਬਿਲਕੁਲ। ਤੇ ਉਹ ਪੂਰਾ ਉਹਨਾਂ ਨੇ ਗਲਤ ਕੰਮ ਕੀਤਾ ਆ, ਤੇ ਉਹਦਾ ਉਹਨਾਂ ਨੂੰ ਆਪਣੇ ਆਪ ਪਛਤਾਵਾ ਹੋਣਾ ਚਾਹੀਦਾ, ਔਰ ਪਛਤਾਵਾ ਕਰਕੇ ਗਾਂਹ ਵਾਸਤੇ ਬਿਲਕੁਲ ਇਮਾਨਦਾਰੀ ਨਾਲ ਚੱਲਣਗੇ ਤੇ ਚੱਲਦਿਆਂ ਦੇਖ ਕੇ ਸੰਗਤਾਂ ਪਤੀ ਸਕਦੀਆਂ। ਜੇ ਕਦੇ ਉੱਦਾਂ ਉੱਤੋਂ ਕਹਿ ਦਿੱਤਾ ਜਾਂ ਮਤਲਬ ਸ਼ੈਤਾਨੀ ਕੀਤੀ, ਉਹਦੇ ਨਾਲ ਸੰਗਤਾਂ ਖੁਸ਼ ਨਹੀਂ ਹੋ ਸਕਦੀਆਂ। ਪਰ ਕਈ ਵਾਰੀ ਭਾਈ ਸਾਹਿਬ ਤੁਹਾਡੇ ਕੋਲ ਪੁੱਛਦਾ ਮੈਂ ਕਿ ਕਈ ਵਾਰੀ ਇਹ ਚੀਜ਼ ਸੋਚ ਕੇ ਹੈਰਾਨਗੀ, ਦੇਖ ਕੇ ਹੈਰਾਨਗੀ ਹੁੰਦੀ ਹੈ ਕਿ ਜਦੋਂ ਇਦਾਂ ਦੇ ਸੰਤ ਜਿਹੜਾ ਗਲਤ ਪ੍ਰਚਾਰ ਕਰਦੇ ਨੇ ਸਿੱਖੀ ਦਾ, ਸੰਗਤ ਅੱਗੇ ਬੈਠੀ ਹੁੰਦੀ ਹੈ, ਉਹਨਾਂ ਦੇ ਵਿੱਚ ਅੰਮ੍ਰਿਤ ਛਕਿਆ ਹੁੰਦਾ ਆ, ਉਹ ਉਹਨਾਂ ਨੂੰ ਕਿਉਂ ਨਹੀਂ ਸਵਾਲ ਕਰਦੇ ਉੱਠ ਕੇ ਕਿ ਇਹ ਜਿਹੜੀ ਚੀਜ਼ ਹੈ ਕਿੱਥੇ ਲਿਖੀ ਹੈ ਜਾਂ ਕਿਸ ਚੀਜ਼ ਕਰਕੇ ਤੂੰ ਇਹ ਗੱਲਾਂ ਕੀਤੀਆਂ? ਦੋ ਗੱਲਾਂ ਮੈਂ ਸਾਰੀ ਚੀਜ਼ ਜਿਹੜਾ ਤੁਹਾਡਾ ਪਹਿਲਾ ਸਵਾਲ ਸੀਗਾ ਔਰ ਉਹਦੇ ਨਾਲ ਜੁੜਿਆ। ਪਹਿਲੀ ਗੱਲ ਤਾਂ ਜਿਹੜੀ ਸੰਗਤ ਕਿਉਂ ਨਹੀਂ ਬੋਲਦੀ, they were hearing, they were not listening. they are hearing, they are not listening. ਕੰਨਾਂ 'ਚ ਆਵਾਜ਼ ਜਾ ਰਹੀ, ਸੁਣ ਨਹੀਂ ਰਹੇ ਹੁੰਦੇ, ਧਿਆਨ ਨਹੀਂ ਹੁੰਦਾ। ਤਾਂ ਹੀ ਸੁਥਰੇ ਦੀ ਉਹ ਸਾਖੀ ਹੈ ਕਿ ਜਿਸ ਵੇਲੇ ਉਹ ਆਇਆ ਤੇ ਬੜਾ ਸਿਰ ਮਾਰਨ ਲੱਗ ਪਿਆ, ਬੜਾ ਹਰਕਤਾਂ ਕਰਨ ਲੱਗ, ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਇਹ ਕੀ? ਕਹਿੰਦਾ ਧੰਨ ਤੁਹਾਡੇ ਸਿੱਖ, ਕਹਿੰਦਾ ਇੰਨੀ ਤਾੜਨਾ ਹੈ ਫਿਰ ਵੀ ਕਹਿੰਦਾ ਆਰਾਮ ਨਾਲ ਝੂਮੀ ਜਾਂਦੇ ਆ, ਕਹਿੰਦਾ ਮੇਰੇ ਕੋਲ ਤਾਂ 1 ਸੈਕਿੰਡ ਨਹੀਂ ਬਰਦਾਸ਼ਤ ਹੋਇਆ ਜਿੰਨੀ ਕਿ ਤੁਸੀਂ ਤਾੜਨਾ ਕੀਤੀ ਹੈ। ਬਾਕੀ ਦੂਜੀ ਗੱਲ ਜਿਹੜੀ ਤੁਸੀਂ ਪਹਿਲੀ ਗੱਲ ਕਹੀ, ਉਹਦੇ 2 ਐਂਗਲ ਹੈਗੇ ਆ। ਇੱਕ ਪੋਲੀਟੀਕਲ ਐਂਗਲ ਹੈ, ਪੋਲੀਟੀਕਲ ਐਂਗਲ ਸਿੱਖ ਜਿਹੜਾ ਹੈ ਉਹ ਰਾਜਨੀਤਿਕ ਤੌਰ ਤੇ ਵੀ ਅਲਰਟ ਹੋਣਾ ਚਾਹੀਦਾ ਹੈ। ਬਿਲਕੁਲ। ਧਾਰਮਿਕ ਤੌਰ ਤੇ 2 ਪੱਖ ਹੈ, ਇੱਕ ਗੁਰਮਤ ਦਾ ਪੱਖ ਹੈ ਔਰ ਇੱਕ ਪੰਥਕ ਪੱਖ ਹੈ। ਨਿੱਜੀ ਜੀਵਨ ਹੈ, ਇੱਕ ਪੰਥਕ ਜੀਵਨ ਹੈ। ਜਿਹਦਾ ਨਿੱਜੀ ਜੀਵਨ ਹੈ, ਪੰਥਕ ਜੀਵਨ ਨਹੀਂ ਹੋਏਗਾ, ਠੇਡੇ ਖਾ ਜਾਏਗਾ। ਜੇ ਖਾਲੀ ਪੰਥਕ ਜੀਵਨ ਹੈ, ਨਿੱਜੀ ਜੀਵਨ ਨਹੀਂਗਾ, ਧਾਰਮਿਕ ਜੀਵਨ ਨਹੀਂਗਾ, ਉਹ ਪਖੰਡੀ ਬਣ ਜਾਏਗਾ, ਉਹ ਸਿਰਫ ਪਾਵਰ ਲਸਟ ਵਿੱਚ ਆ ਜਾਏਗਾ। ਜਿੱਥੇ ਤੱਕ ਪਹਿਲੀ ਗੱਲ ਹੈਗੀ ਹੈ ਕਿ ਝਗੜੇ ਕਿਉਂ ਨਹੀਂ ਮੁੱਕਣੇ, ਕਿੱਦਾਂ ਆਈ ਜਾਣੇ ਆ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਕਿ ਤੁਸੀਂ ਕਹਿੰਦੇ ਹੋ ਜੀ ਕਿ ਦੇਵ ਦੈਤ ਜੱਛਨ ਉਪਜਾਇਓ, ਵਾਹਿਗੁਰੂ ਨੇ ਦੇਵਤੇ ਵੀ ਬਣਾਏ, ਦੈਂਤ ਵੀ ਬਣਾਏ, ਇਹ ਦੋਨੋਂ ਬਣਾਏ, ਤੇ ਦੇਵਤੇ ਕਿਉਂ ਬਣਾਏ ਹੈ ਜੀ? ਕਹਿੰਦੇ ਦੈਂਤਾਂ ਦਾ ਨਾਸ਼ ਕਰਨ ਲਈ। ਉਹ ਕਹਿੰਦੇ ਜੇ ਦੈਂਤਾਂ ਦਾ ਨਾਸ਼ ਕਰਨਾ ਸੀ ਫਿਰ ਦੈਂਤ ਕਿਉਂ ਬਣਾਏ? ਜੇ ਮਾਰਨਾ ਹੀ ਸੀ ਤੇ ਬਣਾਉਣ ਦੀ ਕੀ ਲੋੜ ਪੈ ਗਈ? ਸਿੱਧੀ ਗੱਲ ਹੈ। ਤੁਸੀਂ ਕਹਿੰਦੇ ਹੋ ਦੇਵ ਦੈਂਤ ਜੱਛਨ ਉਪਜਾਏ, ਦੇਵਤੇ ਵੀ ਬਣਾਏ, ਦੈਂਤ ਵੀ ਦੇਵਤੇ ਬਣਾਤੇ, ਕਹਿੰਦੇ ਹੋ ਕਿ ਦੈਂਤਾਂ ਨੂੰ ਮਾਰ ਲਈ, ਤੇ ਦੈਂਤ ਕਿਉਂ ਬਣਾਏ? ਬਹੁਤ ਕਮਾਲ ਦੀ ਗੱਲ ਹੈ। ਦੈਂਤ ਬਣਾਏ ਆ ਦੇਵਤਿਆਂ ਦਾ ਘਮੰਡ ਤੋੜਨ ਲਈ। ਜੇਕਰ ਰਾਵਣ ਨਾ ਹੁੰਦਾ, ਰੋਵੇ ਰਾਮ ਨਿਕਾਲਾ ਭਇਆ ਨਹੀਂ ਸੀ ਹੋਣਾ। ਜੇ ਸੁੰਭ ਨਿਸੁੰਭ ਨਾ ਹੁੰਦੇ ਤੇ ਫਿਰ ਇੰਦਰ ਨੂੰ ਧੱਕੇ ਮਾਰ ਕੇ ਥੱਲੇ ਸੁੱਟਣ ਵਾਲਾ ਕੋਈ ਨਹੀਂ ਸੀ ਹੋਣਾ। ਸੋ ਜਦੋਂ ਮੇਰੇ ਅੰਦਰ ਅਗਰ ਮੈਨੂੰ ਕੋਈ ਐਸੀ ਭੈੜੀ ਚੀਜ਼ ਟੱਕਰਦੀ ਹੈ, ਦਰਅਸਲ ਉਹ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹ ਮੇਰੀ ਹਉਮੈ ਨੂੰ ਚੂਰ ਚੂਰ ਕਰ ਰਹੀ ਹੁੰਦੀ ਹੈ। ਇਹ ਬਹੁਤ ਵੱਡੀ ਬਖਸ਼ਿਸ਼ ਹੈ। ਫਿਰ ਨਾਲ ਹੀ ਗੁਰੂ ਸਾਹਿਬ ਨੇ ਇਹ ਵੀ ਕਹਿ ਦਿੱਤਾ, ਇਹ ਭੁਲੇਖੇ 'ਚ ਨਾ ਪੈ ਜਾਣਾ ਕਿ ਦੈਂਤ ਕੋਈ ਵੱਖਰੀ, ਕੋਈ ਇਸ ਤਰ੍ਹਾਂ ਪੋਲੀਟੀਕਲ ਜਾਂ ਕੋਈ ਫਿਜ਼ੀਕਲ ਕੋਈ ਆਇਡੈਂਟੀਟੀ। ਇਹ 2 ਸ਼ਕਤੀਆਂ ਜਿਹੜੀਆਂ ਹਰ ਕਿਸੇ ਦੇ ਅੰਦਰ ਹੈਗੀਆਂ। ਉਹਨਾਂ ਨੇ ਕਿਹਾ ਸਾਧ ਕਰਮ ਜੇ ਪੁਰਖ ਕਮਾਵੇ, ਸ੍ਰੀ ਦਸਮ ਪਾਤਸ਼ਾਹ ਨੇ ਇਹ ਚਰਿੱਤਰ ਉਪਾਖਿਆਨ ਵਿੱਚ ਹੈ ਕਿ ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ, ਕੁਕ੍ਰਿਤ ਕਰਮ ਜੇ ਜਗ ਮੇ ਕਰਹੀ, ਨਾਮ ਅਸੁਰ ਤਹਿ ਕੋ ਸਬਦ ਹਰੀ। ਜਦੋਂ ਤੁਸੀਂ ਚੰਗੇ ਕੰਮ ਕਰੋਗੇ ਤੁਸੀਂ ਐਲੀਵੇਟ ਹੋ ਜਾਓਗੇ, ਜਦੋਂ ਮਾੜੇ ਕਰੋਗੇ ਤੁਹਾਡਾ ਥੱਲੇ ਡੀਗ੍ਰੇਡੇਸ਼ਨ ਹੋਣੀ ਸ਼ੁਰੂ ਹੋ ਜਾਏਗੀ। ਔਰ ਪ੍ਰੋਫੈਸਰ ਪੂਰਨ ਸਿੰਘ ਨੇ ਤਾਂ ਬਹੁਤ ਕਮਾਲ ਦੀ ਗੱਲ ਕਹੀ, ਕਹਿੰਦੇ ਜਦੋਂ ਤੁਹਾਡੀ ਐਲੀਵੇਸ਼ਨ ਹੁੰਦਿਆਂ ਤੁਹਾਡੀ ਐਲੀਵੇਟ ਹੁੰਦਿਆਂ ਚੰਗੇ ਵਿਚਾਰਾਂ ਨਾਲ ਜਦੋਂ ਤੁਸੀਂ ਉਸ ਕਰਤਾ ਪੁਰਖ ਦੇ ਵਾਹਿਗੁਰੂ ਦੇ ਰੂਬਰੂ ਹੋ ਜਾਓਗੇ, ਫਿਰ ਕਹਿੰਦੇ ਜਦੋਂ ਇੱਕਦਮ ਆਮੋ ਸਾਹਮਣੇ ਹੋ ਗਏ, ਪ੍ਰਤੱਖ ਹੋ ਗਏ, ਤੇ ਫਿਰ ਕਹਿੰਦੇ ਜਿਵੇਂ 2 ਸਰੀਰਾਂ ਦੇ ਵਿਚਕਾਰ ਬਰੀਕ ਤੋਂ ਬਰੀਕ ਕਪੜਾ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ, ਕਹਿੰਦੇ ਉਸ ਵੇਲੇ ਤੁਹਾਡੀ ਆਤਮਾ ਦੇ ਉੱਤੇ ਜਿਹੜਾ ਸਰੀਰ ਦਾ ਕਪੜਾ ਹੈ, ਉਹ ਆਤਮਾ ਇਸ ਸਰੀਰ ਦਾ ਕਪੜਾ ਫਾੜ ਕੇ ਉਸ ਅਕਾਲ ਪੁਰਖ ਨਾਲ ਮਿਲਾਪ ਜਿਹੜਾ ਚਾਹੇਗੀ ਔਰ ਕਪੜਾ ਫਾੜ ਦੇਣਾ ਚਾਹੇਗੀ। ਉਹ ਅਵਸਥਾ ਹੈ ਜਦੋਂ ਮਰੋ ਤਾਂ ਹਰ ਕੇ ਦੁਆਰ, ਅਤ ਹੀ ਰਣ ਮੇ ਤਬ ਜੂਝ ਮਰੋ ਵਾਲੀ ਗੱਲ। ਉਹ ਤੱਤੀ ਤਵੀ ਵੀ ਨਹੀਂ ਰਹੇਗੀ, ਉਹ ਆਰਾ ਵੀ ਨਹੀਂ ਰਹੇਗਾ, ਉਹ ਸਭ ਕੁਝ ਖਤਮ ਹੋ ਜਾਏਗਾ, ਰੰਬੀ ਦੀਆਂ ਖੋਪਰੀਆਂ ਵੀ ਖਤਮ ਹੋ ਜਾਣ। ਇਹ ਤਾਂ ਇਹਦਾ ਧਾਰਮਿਕ ਜਿਹੜਾ ਤੁਹਾਡਾ ਸਵਾਲ ਸੀ। ਦੂਜਾ ਐਂਗਲ ਹੈਗਾ ਪੋਲੀਟੀਕਲ ਐਂਗਲ।
1947 ਦੀ ਮਾਸਟਰ ਤਾਰਾ ਸਿੰਘ ਜੀ ਦੀ ਡਾਇਰੀ ਵੇਖਣ ਦਾ ਮੌਕਾ ਮਿਲਿਆ। ਉਹਦੇ 'ਚ ਇੱਕ ਬਹੁਤ ਕਮਾਲ ਦੀ ਇੱਕ ਉਹਨਾਂ ਨੇ ਇਬਾਰਤ ਲਿਖੀ। ਕਹਿੰਦੇ ਅੰਗਰੇਜ਼ ਜਾ ਰਹੇ ਹੈ ਹਿੰਦੁਸਤਾਨ ਛੱਡ ਕੇ ਔਰ ਮੈਨੂੰ ਡਰ ਲੱਗ ਰਿਹਾ। ਇਹ ਉਹਨਾਂ ਦੀ ਲਿਖਤ ਹੈ 1947 ਦੀ ਕਿ ਮੈਂ ਅੰਗਰੇਜ਼ ਜਾ ਰਹੇ ਹੈ ਔਰ ਮੈਨੂੰ ਡਰ ਲੱਗ ਰਿਹਾ, ਕਿਉਂਕਿ ਇਸ ਤੋਂ ਪਹਿਲਾਂ ਕੋਈ ਸਿੱਖ ਜਿੰਨਾ ਮਰਜ਼ੀ ਬੇਈਮਾਨ ਹੋ ਜਾਏ, ਜਿੰਨਾ ਮਰਜ਼ੀ ਝੋਲੀ ਚੁੱਕ ਹੋ ਜਾਏ, ਉਹ ਕੁਝ ਨਿੱਜੀ ਫਾਇਦਾ ਤਾਂ ਉਠਾ ਸਕਦਾ ਸੀ, ਅੰਗਰੇਜ਼ ਨਹੀਂ ਸੀ ਬਣ ਸਕਦਾ। ਹੁਣ ਅੱਜ ਉਸ ਨੂੰ ਹਾਕਮ ਸ਼੍ਰੇਣੀ ਵਿੱਚ ਆਉਣ ਲਈ ਸਿਰਫ 1 ਮਿੰਟ ਦਾ ਸਮਾਂ ਚਾਹੀਦਾ। ਕਿਸੇ ਨੇ ਕਿਹਾ ਸੀਗਾ ਮੇਰੇ ਇੱਕ ਮਿੱਤਰ ਨੂੰ ਕਿ ਤੁਹਾਡੇ ਵਿੱਚ ਕਿੰਨੀਆਂ ਪਾਰਟੀਆਂ, ਕਿੰਨੇ ਤੁਹਾਡੇ ਧੜੇ ਹੈ? ਉਹਨੇ ਕਿਹਾ ਸੀ 1 ਘੰਟਾ ਸਾਨੂੰ ਤਾਕਤ ਦੇ ਦਿਓ, ਦੇਖੋ ਤੁਹਾਡੀਆਂ ਕਿੰਨੀਆਂ ਬਣਾ ਦਿੰਦੇ। ਸੋ ਇਹ ਵੀ ਜਿਹੜੀ ਹੈਗੀ ਹੈ ਗੁਰੂ ਸਾਹਿਬ ਦਾ ਜਿਹੜਾ ਉਦੇਸ਼ ਹੈ, ਆਸ਼ਾ ਹੈ कि राज बिना नहीं धर्म चले है, धर्म बिना सब दले मले हैं। पर धर्म जितनी देर कुंडा नहीं होएगा, वो जिहड़ा धार्मिक लबादा तो होएगा। एक लबादा जदों धर्म नूं लबादे दे तौर ते ओढ़िया जाएगा एज ए क्लोक, ये बहुत खतरनाक होएगा। पर जदों अगर इसनूं धर्म नूं धारण किया जाएगा, फिर ये एक ऐसा जरा बख्तर है, एक ऐसा कवच है, एक ऐसा आर्मर है जिहड़ा हर आदि उपाधि व्याधि तो बचाएगा। गल इन्नी हैगी है कि मैं धर्म नूं एक कवच के तौर पर वरत रहा कि मैं एक लबादे के तौर पर वरत रहा। क्या बात है जी, बहुत वधिया जी तुसीं एक्सप्लेन किया। काफ़ी हद तक जिहड़ी मेरी अंदरली आत्मा जिहड़ी हैगी संतुष्ट होई है। ते भाई साहब जी तुहाडे कोल पुछना चाहुंदा कि जिहड़े अपने 300 साला जिहड़े समागम चल रहे ने टेवीटल गुरुद्वारे, ये उन्हां बारे संगतां तक कोई होर जानकारी तुसीं देना चाहुंदे हो? ਇਹ ਜਿਹੜਾ 350 ਸਾਲਾ ਗੁਰੂ 10ਵੇਂ ਪਾਤਸ਼ਾਹ ਦਾ ਅਵਤਾਰ ਪੁਰਬ ਹੈ ਨਾ ਜੀ, ਸੰਗਤਾਂ ਨੇ ਸਾਰੀ ਦੁਨੀਆ 'ਚ ਮਨਾਇਆ, ਆਪਾਂ ਨੂੰ ਪਤਾ ਜੀ। ਹਾਂਜੀ ਹਾਂਜੀ। ਤੇ ਇੱਦਾਂ ਇੰਗਲੈਂਡ ਦੇ ਵਿੱਚ ਵੀ ਮਨਾ ਵੀ ਹਟੇ ਆ, ਪਰ ਇੱਕ ਸਪੈਸ਼ਲ ਪ੍ਰੋਗਰਾਮ ਕੱਲ ਐਤਵਾਰ 8 ਤਰੀਕ ਤੋਂ ਲੈ ਕੇ ਤੇ 15 ਤਰੀਕ ਸ਼ਾਮ ਤੱਕ ਚੱਲਦਾ, ਜਿਹਨੂੰ ਸਿੱਖ ਚੈਨਲ ਨੇ ਕਵਰ ਕਰ ਰਿਹਾ ਲਾਈਵ 6:30 ਤੋਂ ਲੈ ਕੇ ਤੇ 8 ਸਵਾ 8 ਵਜੇ ਤੱਕ ਇਹਨਾਂ ਪ੍ਰੋਗਰਾਮ ਚੱਲ ਰਿਹਾ। ਉਹਦੇ ਵਿੱਚ ਭਾਈ ਸਾਹਿਬ ਕਥਾ ਕਰਦੇ ਆ 10ਵੇਂ ਪਾਤਸ਼ਾਹ ਦੀ ਗੁਰਬਾਣੀ ਦੀ, ਮਤਲਬ ਜੰਗਾਂ ਦੀ ਜਾਂ ਤਕਰੀਬਨ 10ਵੇਂ ਪਾਤਸ਼ਾਹ ਦੇ ਜੀਵਨ ਬਾਰੇ ਤੇ ਉਹਨਾਂ ਦੀ ਗੁਰਬਾਣੀ ਬਾਰੇ, 10ਮ ਗ੍ਰੰਥ ਬਾਰੇ ਜਿਹੜਾ ਪ੍ਰਚਾਰ ਕਰ ਰਹੇ ਆ। ਤੇ ਭਾਈ ਸਾਹਿਬ ਵੀ ਹੁਣ ਇਸੇ ਕੰਮ ਵਾਸਤੇ ਸਪੈਸ਼ਲ USA ਤੋਂ ਆਏ ਆ। ਇਹਨਾਂ ਨੇ ਵੀ ਸੈਚਰਡੇ ਤੱਕ ਉੱਥੇ ਪ੍ਰੋਗਰਾਮ ਇਸੇ ਤਰ੍ਹਾਂ ਦੇਣੇ ਆ। ਤੇ ਭਾਈ ਪਰਮਜੀਤ ਸਿੰਘ ਜੀ ਆ ਰਹੇ ਆ ਆਪਣੇ ਮਲੇਸ਼ੀਆ ਤੋਂ, ਤੇ ਉਹ ਵੀ ਬੜੇ ਵਿਦਵਾਨ, ਉਹਨਾਂ ਸਾਰੇ ਗੁਰੂ ਘਰਾਂ ਦੇ ਵਿੱਚ ਤਕਰੀਬਨ 7-8 ਗੁਰੂ ਘਰਾਂ ਦੇ ਵਿੱਚ ਸੈਮੀਨਾਰ ਕਰਨਗੇ, ਜਿੱਦਾਂ ਸਾਊਥ ਹਾਲ ਵੀ, ਵੁਲਵਰਹੈਂਪਟਨ ਵੀ, ਡਰਬੀ ਵੀ, ਸਾਰੇ ਥਾਈਂ ਪ੍ਰੋਗਰਾਮ ਕਰ ਰਹੇ ਤਾਂ ਕਿ ਸੰਗਤਾਂ ਨੂੰ ਥੋੜ੍ਹੀ ਜਿਹੀ ਅਵੇਅਰਨੈਸ ਆ ਜਾਵੇ, ਤਾਂ ਜਾਗਰਤੀ ਆਵੇ ਗੁਰਬਾਣੀ ਬਾਰੇ। ਤੇ ਬਾਕੀ ਬੇਨਤੀ ਕਰਦੇ ਭਾਈ ਸਾਹਿਬ ਹੁਣੀ ਸ਼ਾਮ ਨੂੰ ਪ੍ਰੋਗਰਾਮ ਦਿੰਦੇ ਆ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਵੀ ਜੇ ਕਿਸੇ ਸੰਗਤਾਂ ਦੇ ਨੌਜਵਾਨਾਂ ਨੇ, ਕਿਸੇ ਵੀਰਾਂ ਭੈਣਾਂ ਨੇ ਕੋਈ ਆਪਣੇ ਸ਼ਾਂਕੇ ਨਿਵਰਤ ਕਰਨੇ ਹੋਣ ਤਾਂ ਉੱਥੇ ਬਾਅਦ 'ਚ ਵੀ ਆ ਸਕਦੇ ਆ। ਜੇ ਦਿਨੇ ਨੂੰ ਇੱਥੋਂ 10-20 ਮੀਲ ਕਿਤੇ ਦੂਰ ਵੀ 10-20 ਮਤਲਬ ਸਿੱਖ ਕੋਈ ਸੁਹਿਰਦ ਇਕੱਠੇ ਹੋ ਜਾਣ ਤੇ ਅਸੀਂ ਇਹਨਾਂ ਨੂੰ ਉੱਥੇ ਲਿਜਾ ਕੇ ਵੀ ਗੱਲਬਾਤ ਕਰਾ ਸਕਦੇ, ਕਿਉਂਕਿ ਆਪਾਂ ਨੂੰ ਇਹਨਾਂ ਦਾ ਉੱਥੋਂ ਲਾਹਾ ਲੈਣਾ ਚਾਹੀਦਾ, ਕਿਉਂਕਿ ਮੀਡੀਆ ਦੇ ਵਿੱਚ ਬੜਾ ਵਿਚਰਦੇ ਰਹੇ ਆ। USA 'ਚ ਵੀ, ਟੈਲੀਵਿਜ਼ਨਾਂ ਦੇ ਉੱਤੇ, YouTube ਦੇ ਉੱਤੇ ਵੀ, ਤੇ ਸੰਤ ਸਿਪਾਹੀ ਦੀ ਤੁਹਾਨੂੰ ਪਤਾ ਸੇਵਾ ਕਰਦੇ ਰਹੇ ਪੰਜਾਬ ਦੇ ਵਿੱਚ ਵੀ, ਤੇ ਬਹੁਤ ਚੜ੍ਹਦੀ ਕਲਾ ਵਿੱਚ ਆ। ਕਿਉਂਕਿ ਜਿੱਦਾਂ ਆਪਾਂ ਕੈਂਪ ਲੱਗ ਰਹੇ ਆ ਵੀ ਕੋਈ ਕੈਂਸਰ ਦਾ ਕੈਂਪ ਆ, ਕੋਈ ਸ਼ੂਗਰ ਦਾ ਆ, ਜਾਂ ਹੋਰ ਬਿਮਾਰੀਆਂ ਆਉਂਦੀਆਂ ਉਹਦੇ ਇਲਾਜ ਵਾਸਤੇ ਆਪਾਂ ਬਹੁਤ ਯਤਨ ਕਰਦੇ ਗਾ ਕਿ ਆਪਣੀ ਸਿਹਤ ਤੰਦਰੁਸਤ ਹੋਵੇ। ਇਹ ਵੀ ਜਿਹੜੇ ਸੈਮੀਨਾਰ ਕਰਨੇ, ਪ੍ਰਚਾਰ ਕਰਨਾ, ਇਹ ਵੀ ਆਪਾਂ ਨੂੰ ਜਿਹੜੇ ਭੁਲੇਖੇ ਪਾਏ ਜਾਂਦੇ ਆ, ਜਿਹੜੀਆਂ ਕਈ ਬਿਮਾਰੀਆਂ ਲੱਗੀਆਂ, ਉਹਦੇ ਬਾਰੇ ਅਵੇਅਰ ਕਰਨਾ ਪੈਂਦਾ ਆਪਾਂ ਨੂੰ। ਕਿਉਂਕਿ ਆਮ ਤੌਰ ਤੇ ਪ੍ਰਚਾਰ ਜਿੱਦਾਂ ਆਪਾਂ ਕਹਿੰਦੇ ਉਲਟ ਜਿਹਾ ਹੋਣ ਲੱਗ ਪੈਂਦਾ। ਸ਼ੂਗਰ ਦੀ ਬਿਮਾਰੀ ਆਮ ਤੌਰ ਤੇ ਬਹੁਤ ਆ, ਪਰ ਜੇ ਕਿਸੇ ਨੂੰ ਪੁੱਛੋਗੇ ਭਾਈ ਸਾਹਿਬ ਜੀ ਆਹ ਚੀਜ਼ ਛਕ ਲਓ, ਪਰੌਠਾ ਛਕ ਲਓ, ਨਹੀਂ ਜੀ ਪਰੌਠੇ 'ਚ ਸ਼ੂਗਰ ਹੁੰਦੀ ਆ। ਅਸਲ 'ਚ ਪਰੌਠੇ 'ਚ ਸ਼ੂਗਰ ਨਹੀਂ ਗੀ, ਸ਼ੂਗਰ ਉਹਦਾ ਸਿਸਟਮ ਖਰਾਬ ਹੋਇਆ ਉਹਨੂੰ ਆ, ਪਰੌਠਾ ਸਾਰਿਆਂ ਨੂੰ ਨਹੀਂ ਸ਼ੂਗਰ ਕਰਦਾ। ਬਿਲਕੁਲ ਇੱਦਾਂ ਹੀ ਗੁਰਬਾਣੀ ਦੀ ਜਿਹਨਾਂ ਨੂੰ ਅਲਰਜੀ ਆ, ਸਮਝਣਗੇ ਗੁਰਬਾਣੀ 10ਵੇਂ ਪਾਤਸ਼ਾਹ ਦੀ ਬਾਣੀ ਦਾ ਉਹਨਾਂ ਨੂੰ ਪਤਾ ਕੋਈ ਨਹੀਂ, ਕਿਉਂਕਿ ਉਹਨਾਂ ਨੂੰ ਸ਼ਾਂਕੇ ਪਾਈ ਜਾਂਦੇ ਆ ਤੇ ਉਹਨਾਂ ਦਾ ਸਿਸਟਮ ਖਰਾਬ ਕੀਤਾ ਜਾਂਦਾ। ਤੇ ਉਹ ਵੀ ਕਹਿੰਦੇ 10ਵੇਂ ਪਾਤਸ਼ਾਹ ਦੀ ਬਾਣੀ 'ਚ ਆਹ ਲਿਖਿਆ, ਆਹ ਲਿਖਿਆ, ਉਹਨਾਂ ਨੂੰ ਪਤਾ ਨਹੀਂਗਾ। ਉਸ ਵਾਸਤੇ ਅਸੀਂ ਇਹਨਾਂ ਨੂੰ ਉੱਥੋਂ ਮੰਗਾਇਆ ਆ। ਭਾਈ ਸਾਹਿਬ ਵੀ ਹੈਗੇ ਆ, ਹੋਰ ਸੰਗਤਾਂ 'ਚ ਵਿਦਵਾਨ ਆ, ਪਰਮਜੀਤ ਸੋਹਣੀ ਵੀ ਉੱਥੋਂ ਆ ਰਹੇ। ਉਹ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਸਵਾਲ ਜਵਾਬ ਕਰਨਗੇ, ਕਿਉਂਕਿ ਇਹ ਬੜੇ ਠਰਮੇ ਦੇ ਨਾਲ, ਜਾਬਤੇ ਦੇ ਨਾਲ, ਬੜੇ ਪ੍ਰੇਮ ਦੇ ਨਾਲ ਐਕਸਪਲੇਨ ਕਰਦੇ ਆ। ਆਮ ਤੌਰ ਤੇ ਜਿਹੜੇ 10ਵੇਂ ਪਾਤਸ਼ਾਹ ਦੀ ਬਾਣੀ ਤੇ ਕੈਂਤੂ ਪ੍ਰੰਤੂ ਕਰਨ ਵਾਲੇ ਨਾ ਜੀ ਕਈ, ਤੇ ਉਹਨਾਂ ਦਾ ਅਸੀਂ ਹਾਲ ਦੇਖਿਆ। ਉਹਨਾਂ ਨੂੰ ਕਹਿਣਗੇ ਜੀ ਤੁਸੀਂ ਫਲਾਨਾ ਸਿੰਘ ਆ,
ਵੀਡੀਓ ਬਣੀਆਂ ਜੀ। ਨਹੀਂ ਜੀ, ਮੈਂ ਤਾਂ ਉਸ ਬੰਦੇ ਨੂੰ ਜਾਣਦਾ ਨਹੀਂ ਹਜੇ ਕਿ ਬੰਦਾ ਉਹ ਹੁੰਦਾ ਜਿਹੜਾ ਗੁਰੂ 10ਵੇਂ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਕਰਦਾ, ਆਪਣੇ ਆਪ ਨੂੰ ਵਿਦਵਾਨ ਸਮਝਦਾ, ਬੁੱਕਾਂ ਲਿਖਦਾ, ਬੜਾ ਆਪਣੇ ਆਪ ਦੇ ਲੋਕ ਸਪੋਰਟਰ ਵੀ ਮਾੜੇ ਮੋਟੇ ਹੁੰਦੇ ਆ, ਚੋਰੀ ਚਾਰੀ ਹੈ ਨਾ। ਪਰ ਜਦੋਂ ਉਹਨੂੰ ਪੁੱਛਦੇ ਭਾਈ ਸਾਹਿਬ ਤੁਸੀਂ ਉਹ ਬੰਦੇ ਨੇ, ਕਿ ਨਹੀਂ ਜੀ ਮੈਂ ਤਾਂ ਉਸ ਬੰਦੇ ਨੂੰ ਜਾਣਦਾ ਨਹੀਂ, ਮੈਂ ਤਾਂ ਬੰਦਾ ਦੇਖਿਆ ਹੀ ਨਹੀਂ, ਉਹ ਤਾਂ ਇੱਥੇ ਰਹਿੰਦਾ ਨਹੀਂ, ਮੈਂ ਤਾਂ ਉੱਥੇ ਰਹਿੰਦਾ। ਯਾਨੀ ਇੰਨੀ ਕੁ ਜ਼ਰੂਰਤ ਹੈ ਨਾ ਲੋਕਾਂ 'ਚ। ਬਿਲਕੁਲ। ਇਸ ਕਰਕੇ ਅਸੀਂ ਬੇਨਤੀ ਕਰਦੇ ਹੁੰਦੇ ਵੀ ਜਿਹੜੇ ਆਪਾਂ ਸੱਚ ਦਾ ਪ੍ਰਚਾਰ ਕਰਦੇ, ਹੁਣ ਚੈਨਲ ਚੱਲਦਾ ਸਿੱਖ ਚੈਨਲ, ਹੁਣ ਆਪਾਂ ਚੋਰੀ ਤੇ ਨਹੀਂ ਚੱਲਦੇ। ਹੁਣ ਚੋਰੀ ਚੀਜ਼ਾਂ ਚੱਲਦੀਆਂ, ਗੈਰੇਜ 'ਚ ਬਹਿ ਕੇ ਭਰੀ ਜਾਣੀਆਂ ਗੱਲਾਂ, 2-4 ਉਹਨੂੰ ਲਿਖਦੇ ਸਿੱਖਾਂ ਦੀ ਵਾਇਸ ਆ ਫਲਾਨੀ, ਇਹ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ। ਚੋਰੀ ਦੇ ਪੁੱਤ ਕਦੀ ਤਕੜੇ ਨਹੀਂ ਹੁੰਦੇ। ਤੁਸੀਂ ਪ੍ਰੇਮ ਦੇ ਨਾਲ, ਠੀਕ ਹੈ, ਗਾਲਾਂ ਮੁੱਕ ਜਾਂਦੀਆਂ ਹੁੰਦੀਆਂ, ਸਿਫਤਾਂ ਨਹੀਂ ਮੁੱਕਦੀਆਂ। ਅਕਾਲ ਪੁਰਖ ਦੀਆਂ ਆਪਾਂ ਸਿਫਤਾਂ ਕਰਨੀਆਂ, ਗੁਰਬਾਣੀ ਦੇ ਛਾਂਕੇ ਜਿੰਨੇ ਕਢਾਉਣੇ ਆ, 7 ਦਿਨ ਹੈਗੇ ਆ। ਅਸੀਂ ਉਰਾਂ ਪਰਾਂ ਹੋਰ ਗੁਰੂ ਘਰਾਂ 'ਚ ਪ੍ਰੋਗਰਾਮ ਅਸੀਂ ਮਿਸ ਵੀ ਕਰ ਸਕਦੇ ਆਪਣੇ ਗੁਰੂ ਘਰ ਪ੍ਰੋਗਰਾਮ, ਪਰ ਇਹਨਾਂ ਨੂੰ ਅਸੀਂ ਉੱਥੇ ਜ਼ਰੂਰ ਪਹੁੰਚਾਵਾਂਗੇ। ਫਿਰ ਕੋਈ ਇਦਾਂ ਨਹੀਂ ਹੈਗਾ ਵੀ ਤੁਸੀਂ ਬੇਝਿਜਕ ਹੋ ਕੇ ਜਿਹੜੀਆਂ ਮਰਜ਼ੀ ਗੱਲਾਂ ਪੁੱਛ ਸਕਦੇ, ਫੋਨ ਤੇ ਹੀ ਪੁੱਛ ਸਕਦੇ ਆ। ਇਹਨਾਂ ਨੂੰ ਇਸੇ ਕਰਕੇ ਸੱਦਿਆ ਗਿਆ। ਇਹ ਤੇ ਇੰਨੇ ਖੁਸ਼ ਸੀ ਜਦੋਂ ਆਏ, ਕਹਿੰਦੇ ਟੈਲੀਵਿਜ਼ਨ ਤੇ ਜਾਣਾ, ਉੱਥੇ ਕਹਿੰਦੇ ਜਿਹੜੇ ਕਈ ਗੁਰਬਾਣੀ ਦਾ ਵਿਰੋਧ ਕਰਦੇ ਆ ਉਹ ਵੀ ਉੱਥੇ ਆਉਣੇ ਚਾਹੀਦੇ। ਅਸੀਂ ਕਿਹਾ ਵੀ ਇਦਾਂ ਆਉਂਦੇ ਨਿਗੇ ਹੈਗੇ ਤਾਂ ਹੈ, ਵਿਚੋਰੀ ਹੁੰਦੇ ਆ, ਗੈਰਜਾਂ 'ਚ ਬਹਿੰਦੇ ਹੁੰਦੇ, ਉਦਾਂ ਬਾਹਲੇ ਨਹੀਂ ਆਉਂਦੇ ਸਾਹਮਣੇ। ਅਸੀਂ ਕਿਹਾ ਜੇ ਆਉਣ ਤਾਂ ਕਹਿੰਦੇ ਵੀ ਆਉਣੇ ਚਾਹੀਦੇ, ਤਾਂ ਆਮ ਤੌਰ ਤੇ ਕਹਿੰਦੇ ਸਾਡਾ ਤਾਂ ਉਹਨਾਂ ਨਾਲ ਹੀ ਵਧੀਆ ਹੁੰਦਾ, ਵੀ ਸੋਹਣੀ ਲੱਗਦੀ ਗੱਲ ਜਰਾ ਮੁਕਾਬਲਾ। ਥੋੜਾ ਜਿਹਾ ਵਿੱਚ ਕਲੀਅਰ ਕਰਦੇ ਆ, ਮੇਰਾ ਇਹ ਮਨਸ਼ਾ ਕਦੀ ਵੀ ਨਹੀਂ। ਹਾਂਜੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਤੋਂ ਹੀ, ਅਗਰ ਤੁਸੀਂ ਦੇਖੋਗੇ, ਸਾਰੀ ਥਾਂ ਗਏ ਆ, ਸਾਰੇ ਜੀਵਨ ਕਾਲ। ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ 2 ਚੀਜ਼ਾਂ ਸੀ। ਬਿਲਕੁਲ। ਇੱਕ ਸੀ ਸਮਝੌਤਾਵਾਦ, ਇੱਕ ਸੀ ਸ਼ਾਸਤਰਾਰਥ। ਸ਼ਾਸਤਰਾਰਥ ਜਦੋਂ ਕੀਤਾ ਜਾਂਦਾ ਸੀ, ਅਗਲੇ ਦੇ ਕੱਪੜੇ ਲਾ ਲਏ ਜਾਂਦੇ ਸੀ, ਅਗਲੇ ਦਾ ਝੰਡਾ ਲੈ ਲਿਆ ਜਾਂਦਾ ਸੀਗਾ, ਅਗਲੇ ਨੂੰ ਆਪਣੇ ਉਹਦੇ 'ਚ ਸ਼ਾਮਿਲ ਕਰ ਲਿਆ ਜਾਂਦਾ ਸੀ। ਪੂਰੇ ਜੀਵਨ ਕਾਲ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਧਰੇ ਵੀ ਸ਼ਾਸਤਰਾਰਥ ਨਹੀਂ ਕੀਤਾ। ਸ਼ਾਸਤਰਾਰਥ ਡਿਬੇਟ ਹੈ, ਬਹਿਸ ਹੈ। ਡਿਬੇਟ ਵਿੱਚ ਕਿਸੇ ਨੂੰ ਹਰਾਉਣ ਦੀ ਔਰ ਜਿੱਤਣ ਦੀ ਮਨਸ਼ਾ ਹੁੰਦੀ ਹੈ। ਗੁਰੂ ਸਾਹਿਬ ਨੇ ਕਿਧਰੇ ਡਿਬੇਟ ਨਹੀਂ ਕੀਤੀ, ਕਿਧਰੇ ਸ਼ਾਸਤਰਾਰਥ ਨਹੀਂ ਕੀਤਾ। ਬਲਕਿ ਜਨਮ ਸਾਖੀ ਤਾਂ ਬੜੀ ਪਿਆਰੀ ਗੱਲ ਲਿਖੀ ਹੈ ਕਿ ਜਦੋਂ ਸੁਮੇਰ ਪਰਬਤ ਤੇ ਗਏ ਹੈ ਤੇ ਇੱਕ ਜੋਗੀ ਬੜਾ ਝੂਮਦਾ ਝਾਮਦਾ ਗੁਰੂ ਸਾਹਿਬ ਵੱਲ ਵਧਿਆ, ਤਾਂ ਉਸ ਵੇਲੇ ਭਾਈ ਮਰਦਾਨਾ ਕਹਿੰਦੇ ਹੈ ਬਾਬਾ ਇਹਦੇ ਨਾਲ 2 ਹੱਥ ਕਰਾਂ। ਗੁਰੂ ਸਾਹਿਬ ਕਹਿੰਦੇ ਇੱਥੇ ਅਸੀਂ ਕੁਸ਼ਤੀ ਕਰਨ ਨਹੀਂ ਆਏ, ਗੋਸ਼ਟੀ ਕਰਨ ਆਏ ਆ। ਸੋ ਗੁਰੂ ਸਾਹਿਬ ਨੇ ਸਿੱਧ ਗੋਸ਼ਟ ਕੀਤੀ ਹੈ। ਔਰ ਉਹਦੇ ਵਿੱਚ ਵੀ ਜਦੋਂ ਇੱਕ ਸਿੱਧ ਨੇ ਪੁੱਛਿਆ ਕਿ ਰੱਬ ਨੂੰ ਕਿੱਦਾਂ ਪਾਈਏ, ਹੁਣ ਸਵਾਲ ਬੜਾ ਸਿੰਪਲ ਹੈ, ਗੁਰੂ ਸਾਹਿਬ ਨੇ ਨਹੀਂ ਜਵਾਬ ਦਿੱਤਾ। ਉਹਨਾਂ ਨੇ ਕੀ ਕਿਹਾ? ਆਪੇ ਆਖੇ ਆਪੇ ਸਮਝੇ ਤਿਸ ਕਿਆ ਉੱਤਰ ਦੀਜੇ, ਸਾਚ ਕਹੋ ਤੁਮ ਬਹਿਸ ਗਰਾਮੀ ਤੁਝ ਕਿਆ ਬਾਸਣ ਦੀਜੇ। ਸੋ ਇਹ ਗੱਲ ਉਹਨਾਂ ਨੇ ਬਹਿਸ ਨਹੀਂ ਕੀਤੀ, ਸ਼ਾਸਤਰ ਹਾਂ ਗੋਸ਼ਟੀ ਕੀਤੀ। ਗੱਲਬਾਤ ਕਰਨੀ ਹੋਰ ਹੁੰਦੀ ਹੈ, ਪਰ ਗੱਲਬਾਤ ਮੈਂ ਇੱਕ ਵਾਰ ਬਹੁਤ ਸਪਸ਼ਟ ਕਰ ਦਿਆਂ ਕਿ ਕੱਲ ਨੂੰ ਡੇਰਾ ਸਿਰਸਾ ਵਾਲਾ ਕਵੇ ਜੀ ਮੇਰੇ ਤੇ ਬਹਿਸ ਕਰੋ, ਨਿਰੰਕਾਰੀ ਕਹਿਣ ਬਹਿਸ ਕਰੋ, ਜਾਂ ਕੋਈ ਹੋਰ ਕਹਿਣ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਮੰਨਦੇ ਨਹੀਂ, ਉਹਦੇ ਤੇ ਵਿਸ਼ਵਾਸ ਨਹੀਂ ਕਰਦੇ ਕਿ ਤੁਸੀਂ ਸਾਬਤ ਕਰੋ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਤਾਂ ਗੁਰੂ ਸਾਹਿਬ ਨੇ ਕਦੀ ਵੀ ਬਹਿਸ ਦਾ ਇਜਾਜ਼ਤ ਨਹੀਂ ਦੇਣਗੇ। ਠੀਕ ਹੈ ਨਾ, ਉਹ ਬਿਲਕੁਲ ਕਦੀ ਨਹੀਂ, ਬਹਿਸ ਨਹੀਂ ਹੁੰਦੀ। ਹਾਂ ਕੋਈ ਵਿਚਾਰ ਵਟਾਂਦਰਾ ਹੈ, ਕਿਛ ਸੁਣੀਏ ਕਿਛ ਕਹੀਏ, ਕੁਛ ਉਹਦੇ ਵਿੱਚੋਂ ਜਿਹਦੇ ਚੋਂ ਮੈਂ ਸਿੱਖ ਸਕਾਂ, ਉਹ ਗੱਲਬਾਤ ਜਿਹੜੀ ਹੈ ਲਾਹੇਵੰਦ ਆ, ਉਹ ਕਰਨੀ ਵੀ ਚਾਹੀਦੀ ਹੈ। ਬਹਿਸ ਜਿਹੜੀ ਹੈ ਉਹਦੇ 'ਚ ਤਾਂ ਕੁਛ ਨਹੀਂ ਲੱਭਣਾ, ਉਹ ਤੇ ਬਿਲਕੁਲ ਜੀ ਬਿਲਕੁਲ ਸਮਾਂ ਖਰਾਬ ਕਰ। ਇਹ ਕਿਉਂਕਿ ਤੁਹਾਡੀ ਜਿਹੜੀ ਹੈਗੀ ਆ, ਤੁਹਾਡੀ ਗੱਲਾਂ ਵੀ ਮੰਨਣੀ ਪੈਣੀ ਹੈ। ਤੇ ਸਿੱਖ ਚੈਨਲ ਕਿਉਂਕਿ ਤੁਹਾਡੀਆਂ ਦੁਆਵਾਂ, ਤੁਹਾਡੇ ਆਸ਼ੀਰਵਾਦ ਨਾਲ ਹੀ ਚੱਲਦਾ ਹੈ, ਤੇ ਗੱਲਾਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖਦੇ ਆ। ਇਹ ਆਪਣੀ ਭਾਈ ਸਾਹਿਬ ਜੀ ਜਿਹੜੀ ਗੱਲ ਵਿੱਚੇ ਰਹਿ ਗਈ ਸੀ, ਉਸ ਨੂੰ ਦੁਬਾਰਾ ਜੀ ਹਾਂਜੀ ਕਿਹੜਾ ਸਵਾਲ ਸੀ, ਮੈਂ ਤਾਂ ਭੁੱਲ ਗਿਆ। ਇਹ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖ ਕੌਮ ਨੂੰ ਜਿਹੜੀ ਕਿਹੜੀ ਦੇਣ ਹੈ? ਗੱਲ ਇਹ ਕਿ ਦੇਣ ਤਾਂ ਸਾਰੀ ਗੁਰੂ ਨਾਨਕ ਪਾਤਸ਼ਾਹ ਦੀ ਹੈ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਦੀ ਦੇਣ ਹੈ, ਕਿਉਂਕਿ ਜਿਹੜਾ ਮਿਸ਼ਨ ਗੁਰੂ ਨਾਨਕ ਪਾਤਸ਼ਾਹ ਨੇ ਆਰੰਭਿਆ, ਉਹਦੇ ਵਿੱਚ ਸਾਰੇ ਗੁਰੂ ਸਾਹਿਬਾਨ ਨੇ, ਸਾਰੀਆਂ ਪਾਤਸ਼ਾਹੀਆਂ ਨੇ ਉਹਦੇ 'ਚ ਆਪਣਾ ਯੋਗਦਾਨ ਪਾਇਆ। ਔਰ ਉਸ ਦੇ ਵਿੱਚ ਉਹ ਸਿਲਸਿਲਾ ਜਿਹੜਾ ਹੈ ਸਾਰੇ ਗੁਰੂ ਸਾਹਿਬਾਨ, ਕਿਉਂਕਿ ਥੋੜਾ ਜਿਹਾ ਸਬਜੈਕਟ ਬਹੁਤ ਲੰਬਾ ਹੋ ਜਾਏਗਾ, ਉਹ ਫਿਰ ਤੁਹਾਡੇ ਨਾਲ ਜ਼ਰੂਰ ਕਿਸੇ ਵੇਲੇ ਕਰਾਂਗੇ ਕਿ ਦਰਅਸਲ ਗੁਰੂ ਨਾਨਕ ਪਾਤਸ਼ਾਹ ਕੋਈ ਆਮ ਇਨਸਾਨ ਨਹੀਂ ਸਨ। ਹਰ ਧਰਮ ਦਾ ਇੱਕ ਰੂਹਾਨੀਅਤ ਪੱਖ ਹੁੰਦੀ ਹੈ, ਮਿਸਟਿਸਿਜ਼ਮ ਹੁੰਦਾ ਹੈ। ਮਿਸਟਿਸਿਜ਼ਮ ਉਹੀ ਹੁੰਦਾ ਜਿਹੜੀ ਚੀਜ਼ ਸਮਝ ਨਾ ਆਏ। ਬਚਿੱਤਰ ਨਾਟਕ ਹੀ ਮਿਸਟਿਸਿਜ਼ਮ ਹੈ, ਬਚਿੱਤਰ ਹੋਣਾ ਹੀ ਮਿਸਟਿਸਿਜ਼ਮ ਹੈ। ਸੋ ਗੁਰੂ ਨਾਨਕ ਸਾਹਿਬ ਜਿਹੜੇ ਹਨ, ਉਹ ਆਪ ਨਾਰਾਇਣ ਕਲਾਤਾਰ ਜਗ ਮਹਿ ਪਰਵਰਿਓ, ਅਕਾਲ ਪੁਰਖ ਦੀ ਆਪਣੀ ਜੋਤ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਸਰੀਰ ਦੇ ਵਿੱਚ ਪਰਾ ਰੂਪ ਵਿੱਚ ਆਈ, ਪਸ਼ੰਤੀ ਔਰ ਮਧਮਾ ਰੂਪ ਵਿੱਚ ਹੋ ਕੇ ਬੈਖਰੀ ਰੂਪ ਵਿੱਚ ਬਾਣੀ ਦੇ ਰੂਪ ਵਿੱਚ ਆਈ। ਔਰ ਉਹ ਬਾਣੀ ਦੇ ਰੂਪ ਵਿੱਚ ਜਿਹੜੀ ਹੈ ਹਰ ਹਰ ਨਾਮ ਔਖਦ ਮੁਖ ਦੀਆ, ਜਿਹੜੀ ਉਹ ਬਾਣੀ ਜਿਹੜੀ ਸਿੱਖਾਂ ਦੇ ਮੂੰਹ ਵਿੱਚ ਪਾਈ ਗੁਰੂ ਨਾਨਕ ਪਾਤਸ਼ਾਹ ਨੇ। ਮੈਂ ਥੋੜਾ ਜਿਹਾ ਬਹੁਤ ਬਰੀਫਲੀ ਕਰਾਂਗਾ, ਲੰਬਾ ਸਬਜੈਕਟ ਹੈ।
ਉਹਨਾਂ ਨੇ ਜਿਹੜੀ ਗੁਰਸਿੱਖਾਂ ਦੇ ਮੂੰਹ ਵਿੱਚ ਪਾਈ, ਔਰ ਉਹ ਬਾਣੀ ਜਿਹੜੀ ਹੈ ਜਦੋਂ ਸਿੱਖਾਂ ਦੇ ਮੂੰਹ ਚੋਂ ਨਿਕਲੀ, ਔਰ ਉਹ ਜਿਹੜੀ ਬਾਣੀ ਗੁਰੂ ਨਾਨਕ ਪਾਤਸ਼ਾਹ ਦੇ ਮੂੰਹ ਚੋਂ ਨਿਕਲੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਸਿੱਖਾਂ ਦੇ ਮੂੰਹ ਚੋਂ ਵੀ ਨਿਕਲੀ, ਵਾਹੋ ਵਾਹ ਬਾਣੀ ਨਿਰੰਕਾਰ ਹੈ। ਪਰ ਸਿੱਖ ਦਾ ਸਰੀਰ ਸਿੱਖ ਹੈ, ਗੁਰੂ ਨਹੀਂ ਹੈ। ਗੁਰੂ ਨਾਨਕ ਸਾਹਿਬ ਗੁਰੂ ਵੀ ਸਨ। ਉਹ ਜਿਹੜੀ ਜੋਤ ਬਾਣੀ ਰੂਪ ਹੋ ਕੇ, ਸ਼ਬਦ ਰੂਪ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੇ ਸਰੀਰ ਵਿੱਚ ਆਈ, ਉਹ ਜੋਤ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਵਿੱਚ ਰੱਖੀ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਰੱਖੀ, ਔਰ ਇਹ ਹੁੰਦਿਆਂ ਹੁੰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਆਈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾਈ। ਇਹ ਮਿਸਟਿਸਿਜ਼ਮ ਦਾ ਇੱਕ ਬੜਾ ਕਮਾਲ ਦਾ ਐਗਜ਼ਾਮਪਲ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਦੇ ਅੰਦਰ ਜਿਹੜੀ ਜੋਤ ਸੀ, ਉਹੀ ਜੋਤ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ। ਗੁਰੂ ਸਾਹਿਬ ਨੇ ਖੁਦ ਵੀ ਕਿਹਾ, ਪਿੰਨ ਪਿੰਨ ਸਭੂ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿਧ ਪਾਈ, ਬਿਨ ਸਮਝੇ ਕਿਛ ਹਾਥ ਨਾ ਆਈ। ਜਿਹੜੇ ਬੰਦੇ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਫਰਕ ਮਹਿਸੂਸ ਕਰਦੇ ਆ, ਉਹ ਇਸ ਰਮਜ਼ ਨੂੰ ਨਹੀਂ ਪਹਿਚਾਣ ਸਕਣਗੇ। ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ, ਹਮੂ ਰਤਨ ਜੋਹਰ ਹਮੂ ਮਾਣਕ ਅਸਤ, ਮੈਂ ਹੀ ਨਾਨਕ ਹਾਂ ਮੈਂ ਹੀ ਗੋਬਿੰਦ ਹਾਂ। ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ ਦਰਸ਼ਨ ਕਰਨਾ, ਸਮਝਣਾ ਬੜਾ ਔਖਾ ਹੈ, ਖੇਡ ਕਠਨ ਹੈ। ਸਮਰੱਥ ਰਾਮਦਾਸ ਨੇ ਵੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਆਇਆ, ਸ਼ਿਵਾ ਜੀ ਦਾ ਗੁਰੂ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਸ਼ਸਤਰਧਾਰੀ ਸਰੂਪ ਵੇਖਿਆ, ਉਹਨਾਂ ਦੇ ਸਪੁੱਤਰ ਖੜੇ ਹੈ, ਹੱਥ ਕਮਰ ਵਿੱਚ ਪਿਸਤੌਲ ਹੈ, ਉਹਨਾਂ ਦੇ ਤੀਰ ਕਮਾਨ ਹੈ, 2 ਤਲਵਾਰਾਂ ਬੱਧੀਆਂ ਹੋਈਆਂ, 2 ਕਿਰਪਾਨਾਂ ਹੈਗੀਆਂ। ਉਹ ਬੜਾ ਹੈਰਾਨ ਹੋਇਆ। ਉਹ ਕਹਿ ਦਿੱਤਾ ਉਸਨੇ, ਇਹ ਗੁਰੂ ਨਾਨਕ ਦੀ ਗੱਦੀ ਤੇ ਕਿਸੇ ਨੇ ਜ਼ਬਰਦਸਤੀ ਕਬਜ਼ਾ ਕੀਤਾ, ਇਹ ਗੁਰੂ ਨਾਨਕ ਨਹੀਂ ਹੋ ਸਕਦਾ। ਉਸ ਵੇਲੇ ਗੁਰੂ ਸਾਹਿਬ ਨੇ ਸਮਝਾਇਆ ਸੀ, ਸ਼ਸਤਰ ਉਹਨਾਂ ਨੇ ਕਿਹਾ ਸੀ, ਔਰਤ ਈਮਾਨ ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਸ਼ਸਤਰ ਗਰੀਬ ਕੀ ਰਕਸ਼ਾ, ਜਰਵਾਣੇ ਕੀ ਬਖਸ਼ਾ। ਇਹ ਜਿਹੜੀ ਕਿਰਪਾਨ ਨੂੰ ਸ੍ਰੀ ਸਾਹਿਬ ਨੂੰ ਪ੍ਰੇਮ ਦਾ ਚਿੰਨ੍ਹ ਮੰਨਣਾ, ਇਹ ਖੇਡ ਕਠਨ ਹੈ, ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਬਹੁਤ ਸੋਹਣਾ ਕਿਹਾ। ਕਹਿੰਦਾ, ਕਲਗੀਆਂ ਵਾਲੇ, ਮੇਰੀ ਬੁੱਧੀ ਤਾਂ ਇੱਕ ਬੱਕਰੇ ਦੀ ਬੁੱਧੀ ਹੈ। ਇੱਕ ਬੱਕਰੇ ਦੇ ਅੱਗੇ ਕੋਈ ਨੰਗੀ ਤਲਵਾਰ ਲੈ ਕੇ ਖੜਾ ਹੋ ਜਾਏ, ਕੀ ਉਹਦੀ ਸੁੱਧ-ਬੁੱਧ ਕਾਇਮ ਰਹੇਗੀ? ਉਹ ਸੁੱਧ-ਬੁੱਧ ਕਾਇਮ ਰੱਖ ਸਕੇਗਾ? ਕਹਿੰਦੇ, ਪਰ ਮੈਨੂੰ ਹੁਣ ਸਮਝ ਆਈ ਹੈ, ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਗੁਰੂ ਨਾਨਕ ਪਾਤਸ਼ਾਹ ਦਾ। ਅੱਜ ਤੂੰ ਨੰਗੀ ਤਲਵਾਰ ਲੈ ਕੇ ਬਿਲਕੁਲ ਇਹੀ ਗੱਲ ਕਰ ਰਿਹਾ ਕਿ ਜੇ ਤੁਸੀਂ ਪਿਆਰੇ ਬਣਨਾ, ਜੇ ਤੁਸੀਂ ਆਸ਼ਿਕ ਬਣਨਾ, ਜੇ ਤੁਸੀਂ ਪਿਆਰੇ ਅਖਵਾਣਾ, ਫਿਰ ਆਪਣਾ ਸਿਰ ਦੇ ਦਿਓ। ਇਹ ਜਿਹੜੀ ਖੇਡ ਹੈ ਕਿ ਉਸ ਰੂਪ ਨੂੰ ਉਸ ਰੂਪ ਵਿੱਚ, ਬਹੁਤ ਸੋਹਣਾ ਕਹਿੰਦੇ ਆ ਕਿ ਜਦੋਂ ਇੱਕ ਆਸ਼ਿਕ ਤੇ ਮਾਸ਼ੂਕ ਇੱਕੋ ਛੁਰੀ ਨਾਲ ਆਪਣੇ ਆਪ ਨੂੰ ਖਤਮ ਕਰਨ ਲਈ ਤਿਆਰ ਹੋ ਜਾਣ, ਇਹ ਇਸ਼ਕ ਦਾ ਕਲਾਈਮੈਕਸ ਹੈ, ਇਹ ਇਸ਼ਕ ਦੀ ਇੰਤਹਾ ਹੈ। ਜਿਹੜਾ ਮੈਸੇਜ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਗੱਲ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਕਹੀ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਹੈ ਕਿ ਜੇ ਤੁਸੀਂ ਪਿਆਰੇ ਬਣਨਾ, ਜੇ ਤੁਸੀਂ ਆਸ਼ਿਕ ਬਣਨਾ, ਤੇ ਫਿਰ ਤੁਸੀਂ ਸਿਰ ਹਥੇਲੀ ਤੇ ਰੱਖ ਕੇ ਆ ਜਾਓ। ਇਹ ਜਿਹੜੀ ਖੇਡ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ। ਉਹਨਾਂ ਨੇ ਸੰਪੂਰਨਤਾ ਕੀਤੀ ਹੈ। ਸੰਪੂਰਨਤਾ ਜਿੱਥੇ ਹੋ ਜਾਏ, ਉਹਦੇ ਵਿੱਚੋਂ ਫਿਰ ਕੋਈ ਚੀਜ਼ ਕੱਟੀ ਨਹੀਂ ਜਾ ਸਕਦੀ, ਕੋਈ ਉਹਨੂੰ ਤਬਦੀਲ ਨਹੀਂ ਕਰ ਸਕਦਾ। ਸਮਝਿਆ ਜਾ ਸਕਦਾ ਹੈ, ਪਰ ਸਮਝਣ ਲਈ ਉਹਦੀ ਬਖਸ਼ਿਸ਼ ਵੀ ਚਾਹੀਦੀ ਹੈ, ਉਹਦੀ ਕਿਰਪਾ ਵੀ ਚਾਹੀਦੀ ਹੈ। ਦੁਨਿਆਵੀ ਚੀਜ਼ਾਂ ਦੀ ਪੜ੍ਹਾਈ ਨਾਲ ਜਾਂ ਆਮ ਅੱਖਰੀ ਅਰਥਾਂ ਨਾਲ ਨਹੀਂ ਸਮਝਾ। ਮੈਨੂੰ ਯਾਦ ਹੈ, ਸਕੂਲ ਵਿੱਚ ਮੈਂ ਪੜ੍ਹਦਾ ਸੀ ਤੇ ਇੱਕ ਉਹ ਮਾਸਟਰ ਨੇ ਉਹ ਦੱਸਿਆ ਜੀ, ਕਬੀਰ ਦਾ ਦੋਹਾ ਹੈ कि चलती चक्की देख के खड़ा कबीरा रोए, 2 पाटन के बीच में बाकी बचा ना कोए। तो उन्हें पूछा मुंडे नूं कि दस इहदा की मतलब की हुंदा? कहता जी, इस शेर को लिखने वाले मरहूम शायर कवि पाटन जी हैं, जो कह रहे हमारी गली का लौंडा कबीर आटा पिसाने चक्की पे गया, उसका हाथ चक्की में फंस गया, रो रहा है, इसलिए कवि कहता है चलती चक्की के पास कभी नहीं खड़ा होना चाहिए। वो कहता जी नहीं खड़े होएंगे। सो जे मतलब उस चीज़ ਨੂੰ ਸਮਝਣ ਲਈ ਜਿੰਨੀ ਮਤਲਬ ਵਿਦਿਆ ਹੈ, ਕੋਈ ਵੀ ਚੀਜ਼। ਹੁਣ ਇੱਥੇ ਮੰਨ ਲਓ ਮੈਂ ਇੱਕ ਸਿੱਧੀ ਲਕੀਰ ਮਾਰਾਂ ਤੇ ਜਿਹਨੂੰ ਨਹੀਂ ਉਰਦੂ ਆਉਂਦੀ ਉਹਨੇ ਕਹਿਣਾ ਪਤਾ ਨਹੀਂ ਕੀ ਹੈ, ਜਿਹਨੂੰ ਆਉਂਦੀ ਹੈ ਤੇ ਉਹ ਕਹੇਗਾ ਜੀ ਅਲਫ ਹੈਗਾ, ਸਿੱਧੀ ਗੱਲ। ਸੋ ਦਿੱਕਤ ਇਹ ਹੈ, ਜਿਹੜੀਆਂ ਬਾਕੀ ਵਿਦਿਆ, ਸਾਇੰਸ ਹੈ, ਮੈਡੀਸਨ ਹੈ, ਹੋਰ ਜਿੰਨੀਆਂ ਵੀ ਆਰਟ ਹੈ, ਕ੍ਰਾਫਟ ਹੈ, ਕਈ ਖਿੱਤੇ ਹੈ, ਹਰ ਇੱਕ ਦੀ ਪੜ੍ਹਾਈ ਹੈ। ਸੋ ਗੁਰਬਾਣੀ ਦੀ ਵਿਆਕਰਣ, ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੇ ਸ਼ਬਦਾਰਥ ਦੀ ਵੀ ਆਪਣੀ ਹੈ। ਉਹ ਦਿੱਕਤ ਇਹ ਹੋ ਜਾਂਦੀ ਹੈ ਜਦੋਂ ਕੋਈ ਦੂਜੀ ਦੁਨਿਆਵੀ ਪੜ੍ਹਾਈ ਕਰ ਲਵੇ, ਜਾਂ ਜਿਹਨੇ ਕੁਝ ਵੀ ਨਹੀਂ ਕੀਤੀ ਤੇ ਆਪਣੇ ਆਪ ਨੂੰ ਭਾਵੇਂ ਜਿਹੜੇ ਮਰਜ਼ੀ ਉਹ ਟਾਈਟਲ ਦੇ ਲਵੇ,
ਤੇ ਉਹ ਕਵੇ ਜੀ ਮੈਂ ਹੁਣ ਇਹਦਾ ਵੀ ਵਿਆਖਿਆਕਾਰ ਹੋ ਜਾਵਾਂ, ਇੱਕ ਤਾਂ ਉਹ ਬੜਾ ਦਿੱਕਤ ਹੋ ਜਾਂਦੀ ਹੈ, ਤੇ ਦੂਜੀ ਖਾਲੀ ਭੇਖ ਕਰਕੇ ਵੀ ਹੋ ਜਾਏ ਕਿ ਇਹ ਸ਼ਾਇਦ ਇਸ ਨੂੰ ਵੀ ਆਂਦਾ ਹੋਏਗਾ। ਉਹਦੇ ਤੇ ਮੈਨੂੰ ਉਹਦੀ ਗੱਲ ਯਾਦ ਆਂਦੀ ਹੈ, ਉਹ ਬੰਦਾ ਕਹਿੰਦਾ ਜੀ ਇਹ ਜਨਾਬ ਇਹ ਖੱਤ ਪੜ੍ਹ ਦੋ, ਕਹਿੰਦਾ ਮੈਨੂੰ ਨਹੀਂ ਪੜ੍ਹਨਾ ਆਉਂਦਾ, ਕਹਿੰਦਾ ਲੈ ਐਡਾ ਵੱਡਾ ਤੁਰਾ ਲਾਇਆ ਤੇ ਖੱਤ ਨਹੀਂ ਪੜ੍ਹਨਾ ਆਉਂਦਾ, ਕਹਿੰਦਾ ਤੁਰਾ ਤੂੰ ਲਾ ਲੈ ਆਪੇ ਪੜ੍ਹ ਲੈ। ਗੱਲ ਤਾਂ ਇਹ ਹੈ ਕਿ ਜਿਹੜੀ ਵਿਦਿਆ ਹੈ, ਸੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਮਝਣ ਲਈ ਉਹ ਸਾਰਾ ਜੀਵਨ ਹੀ ਦੇਖੋ ਉਹਨਾਂ ਦਾ ਇਤਨਾ ਵਚਿੱਤਰ ਹੈ। ਔਰ ਤੁਸੀਂ ਹੈਰਾਨ ਹੋਵੋਗੇ ਕਿ 21 ਸਾਲ ਦੀ ਅਵਸਥਾ ਵਿੱਚ 21 ਸਾਲ ਦੀ ਅਵਸਥਾ ਤੱਕ ਗੁਰੂ ਸਾਹਿਬ ਨੇ ਅੱਧ ਤੋਂ ਵੱਧ ਜਿਹੜਾ ਹੈ ਦਸਮ ਜਿਹੜੀ ਸਾਰੀ ਰਚਨਾ ਕਰ ਲਈ ਸੀ 21 ਸਾਲ ਦੀ ਉਮਰ ਵਿੱਚ। ਇੱਕ ਬਹੁਤ ਵੱਡਾ ਸੁਨੇਹਾ 21 ਸਾਲ ਦੀ ਅਵਸਥਾ ਦੇ ਵਿੱਚ ਗੁਰੂ ਸਾਹਿਬ ਨੇ ਕ੍ਰਿਸ਼ਨ ਅਵਤਾਰ ਲਿਖ ਲਿਆ ਸੀ, ਔਰ ਉਸ ਕ੍ਰਿਸ਼ਨ ਅਵਤਾਰ ਦੇ ਵਿੱਚ ਮੁਸਲਮਾਨ ਨਾਮ ਹੈਗੇ ਹੈ, ਖੜਗ ਸਿੰਘ ਨਾਮ ਹੈਗਾ, ਠੀਕ ਹੈ ਨਾ, ਤੇ ਅਜਾਇਬ ਖਾਨ ਨਾਮ ਹੈਗਾ, ਮੁਸਲਮਾਨਾਂ ਦੇ ਨਾਮ ਹੈ। ਗੱਲ ਕ੍ਰਿਸ਼ਨ ਅਵਤਾਰ ਦੀ ਹੋ ਰਹੀ ਹੈ ਤੇ ਉਹਦੇ ਵਿੱਚ ਨਾਂ ਜਿਹੜੇ ਆ ਉਹ ਮੁਸਲਮਾਨ ਨਾਂ ਹੈਗੇ ਆ, ਦੂਜੇ ਨਾਮ ਹੈਗੇ ਆ। ਔਰ 2 ਸਾਲ ਦੇ ਬਾਅਦ ਤੁਸੀਂ ਦੇਖੋ ਉਹਨਾਂ ਦੀ ਦੂਰਅੰਦੇਸ਼ੀ। 2 ਸਾਲ ਦੇ ਬਾਅਦ ਜਦੋਂ ਭੰਗਾਣੀ ਦਾ ਯੁੱਧ ਹੁੰਦਾ, ਪਹਾੜੀ ਰਾਜਿਆਂ ਦੇ ਨਾਲ ਮੁਸਲਮਾਨ ਖੜੇ ਆ, ਮੁਗਲ ਖੜੇ ਆ, ਔਰ ਇਹਨਾਂ ਦੇ ਨਾਲ ਕੁਝ ਚੰਗੇ ਨਾਵਾਂ ਨਾਲ ਵੀ ਪੀਰ ਬੁੱਧੂ ਸ਼ਾਹ ਵਰਗੇ ਉਹ ਖੜੇ ਹੈਗੇ ਆ। ਸੋ ਇੱਕ ਸੁਨੇਹਾ ਸੀ, ਤਾਂ ਹੀ ਕਰਕੇ ਗੁਰੂ ਸਾਹਿਬ ਨੇ ਕਿਹਾ ਨਾ ਦਸਮ ਕਥਾ ਭਗਵਤ ਕੀ ਬਾਖਾ ਕਰੀ ਬਣਾਏ, ਅਵਰ ਵਾਸਨਾ ਨਾਹੀ ਪ੍ਰਭ ਧਰਮ ਯੁੱਧ ਕੋ ਜਾਏ। ਸੋ ਗੁਰੂ ਸਾਹਿਬ ਦਾ ਕੁਝ ਵੀ ਲਿਖਣਾ, ਕੋਈ ਵੀ ਕਲਮ ਚੁੱਕਣੀ, 2 ਚੀਜ਼ਾਂ ਦੇਗ ਤੇਗ ਫਤਿਹ। ਭਾਈ ਕਾਹਨ ਸਿੰਘ ਕਹਿੰਦੇ ਇਹਦਾ ਮਤਲਬ ਹੈ ਸਿੰਘਾਂ ਦੀ ਕਿਰਪਾਨ ਤੇ ਕੜਛੀ ਹਿਲਦੀ ਰਹਿਣੀ ਚਾਹੀਦੀ ਹੈ। ਦੇਗ ਤੇਗ ਫਤਿਹ ਦਾ ਮਤਲਬ ਹੈ ਕਿਰਪਾਨ ਤੇ ਕੜਛੀ ਹਿਲਦੀ ਰਹਿਣੀ ਚਾਹੀਦੀ ਹੈ। ਪਰ ਫਿਰ ਵੀ ਇਹ ਤੁਹਾਡੀਆਂ ਗੱਲਾਂ ਸੁਣ ਕੇ ਇੱਕ ਸਵਾਲ ਜਿਹੜਾ ਮਨ 'ਚ ਪੈਦਾ ਫੇਰ ਹੁੰਦਾ ਕਿ 21 ਸਾਲਾਂ ਦੀ ਉਮਰ ਦੇ ਵਿੱਚ ਦਸਮ ਗ੍ਰੰਥ ਦੀ ਜਿਹੜੀ ਸਿਰਜਣਾ ਕੀਤੀ, ਸੰਪੂਰਨ ਕਰ ਦਿੱਤਾ, ਸੰਪੂਰਨ ਨਹੀਂ ਤੇ ਅੱਧਾ ਕਰ ਦਿੱਤਾ। ਉਹਦੇ ਵਿੱਚ ਫਿਰ ਵੀ ਵੇਖ ਲਓ ਕਿ ਅੱਜ ਉਸੇ ਦਸਮ ਗ੍ਰੰਥ ਨੂੰ ਲੈ ਕੇ ਆਪਣੀ ਸਿੱਖ ਕੌਮ ਦੇ ਵਿੱਚ ਦੋ ਫਾੜ ਹੋਏ ਬੈਠੇ ਆ। ਨਹੀਂ, ਕੋਈ ਕੌਮ ਵਿੱਚ ਕੋਈ ਦੋ ਫਾੜ ਨਹੀਂ, ਪਰ ਉਹ ਵੀ ਮੰਨਦੇ ਆ ਕਿ ਅਸੀਂ ਦਸਮ ਗ੍ਰੰਥ ਨੂੰ ਨਹੀਂ ਮੰਨਦੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣਾ, ਦਸਮ ਗ੍ਰੰਥ ਦਾ ਇਹ ਮਸਲਾ ਜਿਹੜੇ ਉੱਠੇ ਆ, ਕਿਉਂਕਿ ਇਹ ਤਾਂ ਮੈਂ ਕਹਿ ਰਿਹਾ ਕਿ ਜਿਹੜੇ ਮਸਲੇ ਉੱਠਦੇ ਆ ਇਹਨਾਂ ਦਾ ਕਾਰਨ ਕੀ ਹੈ? ਕਾਰਨ ਦੱਸਿਆ ਮੈਂ ਤਾਂ ਦੱਸਦਾ ਕਿ ਉਹ ਕਬੀਰ ਦਾ ਦੋਹਾ ਪੜਨ ਦੀ ਜਿਹੜੀ ਹੈ ਉਹੀ ਚੀਜ਼, ਉਹੀ ਜਿਹਨੂੰ ਸਮਝ ਨਹੀਂ ਆਏਗੀ ਉਹੀ ਮੈਂ ਹੁਣ ਤੁਹਾਨੂੰ ਦੱਸਦਾ। ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਹਵਾਲਾ ਦਿੰਦਾ, ਛੋਟਾ ਜਿਹਾ ਹਵਾਲਾ। ਬੜਾ ਮੈਂ ਬਹਿਸ ਚ ਨਹੀਂ, ਫਿਰ ਬਹਿਸ ਵਾਲੀ ਮੈਂ ਤੁਹਾਨੂੰ ਸ਼ੁਰੂ ਕਿਹਾ ਕਿ ਮੈਂ ਨਹੀਂ, ਕਿਉਂਕਿ ਗੁਰੂ ਸਾਹਿਬ ਵੇਲੇ ਵੀ ਜਿਹੜੇ ਕਈ ਵਾਰੀ ਹੁੰਦਾ ਕਿ ਜਦੋਂ ਈਜ਼ੀ ਵੇ ਕਿਸੇ ਨੂੰ ਸਮਝਾ ਦੇਣਾ, ਮੈਂ ਸਮਝਾ, ਉਹੀ ਮੈਂ ਬੇਨਤੀ ਕਰ ਰਿਹਾ। ਬਹੁਤ ਵਧੀਆ। ਦੇਖੋ ਗੱਲ ਇਹ ਹੈਗੀ ਹੈ ਕਿ ਗੁਰੂ ਸਾਹਿਬ ਨੇ ਬੜੇ ਹੁਕਮ ਦਿੱਤੇ ਆ। UNO, ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਲੈ ਲਾਂ। UNO ਬੜੇ ਰੈਜ਼ੋਲੂਸ਼ਨ ਪਾਸ ਕਰਦੀ ਹੈ, ਦੁਨੀਆ ਦੀ ਸਭ ਤੋਂ ਵੱਡੀ ਇੱਕ ਤਾਕਤਵਰ ਇੱਕ ਸੰਸਥਾ ਹੈ, ਸਭ ਕੁਝ ਹੈ, ਪਰ ਉਹਨਾਂ ਕੋਲ ਫਿਜ਼ੀਕਲ ਪਾਵਰ ਨਹੀਂ ਹੈ ਕਿ ਉਹ ਕਿਸੇ ਮੁਲਕ ਨੂੰ ਜ਼ਬਰਦਸਤੀ ਲਾਗੂ ਕਰਵਾ ਦੇਣ। ਗੁਰੂ ਦੇ ਹੁਕਮ ਹੈ, ਬੜੇ ਹੁਕਮ ਹੈਗੇ ਗੁਰੂ ਦੇ, ਸ਼ਰਾਬ ਨਾ ਪੀਓ, ਠੀਕ ਹੈ ਨਾ, ਗੁਰੂ ਦਾ ਹੁਕਮ ਹੈ ਨਾ, ਸੱਚ ਬੋਲੋ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਹੁਣ ਜਿਹੜਾ ਨਹੀਂ ਮੰਨਦਾ ਉਹਦੇ ਤੇ ਫਿਜ਼ੀਕਲ ਤਾਕਤ ਤੇ ਨਹੀਂ ਨਾ ਵਰਤੀ ਜਾ ਸਕਦੀ। ਹਾਂਜੀ ਹਾਂਜੀ, ਪਹਿਲੀ ਗੱਲ ਤਾਂ ਇਹ ਹੈਗੀ ਹੈ, ਠੀਕ ਹੈ ਨਾ। ਤਾਂ ਹੀ ਕਰਕੇ ਕਿਹਾ ਹੈ ਕਿ ਗਾਵੀਏ, ਸੁਣੀਏ, ਮਨ ਰੱਖੀਏ ਪਾਓ। ਉਹਨੂੰ ਮਨ 'ਚ ਰੱਖਣਾ, ਸਮਝਣਾ, ਉਸਦੇ ਤੇ ਅਮਲ ਕਰਨਾ, ਉਸਦੇ ਤੇ ਬਾਅਦ ਦੀ ਅਵਸਥਾ ਆਉਂਦੀ ਹੈ ਨਾ। ਤੇ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਬਾਣੀ ਹੈ, ਮਹਿੰਗੀ ਬਾਣੀ ਹੈ। ਮਹਿੰਗੀ ਬਾਣੀ ਦਾ ਮੈਂ ਇਸ ਕਰਕੇ ਕਹਿ ਰਿਹਾ ਕਿ ਉਹਦੇ ਵਿੱਚ ਬ੍ਰਜ ਵੀ ਹੈ, ਸੰਸਕ੍ਰਿਤ ਵੀ ਹੈ, ਉਹਦੇ ਵਿੱਚ ਹਿੰਦੀ ਦੇ ਵੀ ਹੈ, ਪਰਸ਼ੀਅਨ ਵੀ ਹੈ, ਅਰਬਿਕ ਵੀ ਹੈ, ਸੰਸਕ੍ਰਿਤ ਵੀ ਹੈ। ਹੁਣ ਇੱਕ ਛੋਟਾ ਜਿਹਾ ਹੈਗਾ, ਦੁਨੀਆ ਨੇ ਗੁਰੂ ਸਾਹਿਬ ਨੂੰ ਸਮਝਣ ਲਈ ਨਾ ਉਹਨਾਂ ਦੀ ਤੇ ਇੰਨੀ ਵਿਸ਼ਾਲਤਾ ਹੈ, ਇਤਨੀ ਵਿਸ਼ਾਲਤਾ ਹੈ, ਜਿਹਨੂੰ ਮੈਂ ਜ਼ਿਕਰ ਕਰਦਾ ਉਹਨਾਂ ਅਲੇ ਯਾਰਖਾ ਜੋਗੀ ਨੇ ਕਿਹਾ, ਕਹਿੰਦਾ ਕਰਤਾਰ ਕੀ सौगंध है, नानक की कसम है, जितनी भी हो तारीफ गोविंद की वो कम है, हर चंद मेरे हाथ में पुरजोर कलम है, सतगुर के लिखूं वसफ कहाँ ताबे रकम है, एक आंख से क्या बुलबुला कुल बहर को देखे, सागर को या मझधार को या लहर को देखे। सो नहीं हो सकता। गुरु गोबिंद सिंह साहब दी एक किसी ने ना बड़ा छोटा जिहा सवाल किया, ਉਹਦੇ ਵਿੱਚ ਅੰਮ੍ਰਿਤ ਛਕਾਣ ਦਾ ਜ਼ਿਕਰ ਨਹੀਂਗਾ ਹੈ ਜੀ, ਉਹਦੇ ਵਿੱਚ ਮਤਲਬ ਹੈ ਨਹੀਂ, ਚਮਕੌਰ ਦੀ ਜੰਗ ਦਾ ਜ਼ਿਕਰ ਨਹੀਂਗਾ, ਫਲਾਣਾ ਨਹੀਂਗਾ। ਮੈਂ ਉਹਨੂੰ ਸਿੰਪਲ ਉਹਨਾਂ ਨੂੰ ਕਿਹਾ, ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਲੂ ਸਟਾਰ ਦਾ ਜ਼ਿਕਰ ਕਿਉਂ ਨਹੀਂ ਹੈ? ਉਹ ਕਹਿੰਦਾ ਜੀ ਕਿਆ ਬੇਹੂਦਾ ਸਵਾਲ ਹੈ। ਉੱਤੇ ਪਹਿਲੇ ਦੇ ਤੇ ਜਿਹੜਾ ਗੁਰੂ ਸਾਹਿਬ ਨੇ ਉਸ ਤੋਂ ਖਾਲਸੇ ਦੀ ਸਿਰਜਣਾ ਤੋਂ ਕਿੰਨੇ ਸਾਲ ਪਹਿਲੇ ਗ੍ਰੰਥ ਮੁਕੰਮਲ ਹੋ ਗਿਆ, ਜਿਹੜੀ ਬਾਇਓਗ੍ਰਾਫੀ, ਆਟੋਬਾਇਓਗ੍ਰਾਫੀ ਕਿਸੇ
ਅਵਸਥਾ ਦਾ ਕੀ ਲਿਖਦਾ ਨਾ। ਹੁਣ ਅੱਜ ਮੇ ਬਾਇਓਗ੍ਰਾਫੀ ਹੈਗੀ ਕਿਸੇ ਦੀ ਅੱਜ ਦੀ ਡੇਟ ਤੱਕ, ਕਿਉਂਕਿ ਉਸ ਤੋਂ ਬਾਅਦ ਦੀਆਂ ਘਟਨਾਵਾਂ ਦਾ ਕਿੱਦਾਂ ਜ਼ਿਕਰ ਆਉਂਦਾ। ਬਿਲਕੁਲ ਜੀ। ਸੋ ਜਿਹੜੀ ਚੀਜ਼ ਨੂੰ ਸਮਝੇਗਾ ਨਹੀਂ, ਉਸ ਚੀਜ਼ ਨੂੰ ਸਮਝ ਹੀ ਨਹੀਂ ਸਕਦਾ। ਉਹ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਸੀਗਾ, ਕਰੇ ਨਿਤ ਅਨਰਥੰ ਸਮਰਥੰ ਨਾ ਏਤੇ। ਐਸੇ ਬੰਦੇ ਹੋਣਗੇ ਜਿਹੜੇ ਸਮਰੱਥ ਨਹੀਂ ਹੋਣਗੇ ਪਰ ਅਰਥ ਦਾ ਅਨਰਥ ਕਰਨਗੇ। ਫਿਰ ਨਾਲ ਇਹ ਵੀ ਕਹਿਤਾ, ਕੋਈ ਚਿੰਤਾ ਦੀ ਗੱਲ ਵੀ ਨਹੀਂ, ਅੰਤ ਬਹੁ ਬਰਪਾਨ ਜੋ ਮਤ ਆਪ ਹੀ ਮਿਟ ਜਾਏਂਗੇ। ਗੁਰੂ ਸਾਹਿਬ ਦੇ ਬਾਰੇ ਵੀ ਤੇ ਕਿੰਨਾ ਕੁਝ ਲਿਖਣ ਵਾਲੇ ਲਿਖਦੇ ਗਏ, ਬੋਲਦੇ ਗਏ ਹੈਗੇ। ਗੱਲ ਇਹ ਹੈ, ਸਭ ਤੋਂ ਪਹਿਲੀ ਚੀਜ਼ ਤਾਂ ਇੱਕ ਪੁਰਾਤਨ ਸਿੰਘ ਜਿਹੜੇ ਸੀ ਨਾ, ਉਹ ਇੱਕ ਲਫ਼ਜ਼ ਵਰਤਦੇ ਸੀ, ਸਤਿ ਸ੍ਰੀ ਅਕਾਲ। ਅਗਲਾ ਲਫ਼ਜ਼ ਹੁੰਦਾ ਸੀ ਗੁਰਬਰ ਅਕਾਲ। ਇਹ ਬਹੁਤ ਇੰਪੋਰਟੈਂਟ ਹੈ, ਅਸੀਂ ਭੁੱਲ ਗਏ ਹਾਂ, ਅਸੀਂ ਨਹੀਂ ਯਾਦ ਰਿਹਾ। ਸਤਿ ਸ੍ਰੀ ਅਕਾਲ, ਗੁਰਬਰ ਅਕਾਲ। ਗੁਰਬਰ ਅਕਾਲ ਦਾ ਅਰਥ ਹੈ ਗੁਰੂ ਬਰਾਬਰ ਹੈ ਅਕਾਲ ਦੇ, ਗੁਰੂ ਬਰਾਬਰ ਹੈ। ਮੇਰੀ ਪਹਿਲੀ ਪੀੜ੍ਹੀ, ਮੇਰੇ ਬਜ਼ੁਰਗ, ਮੇਰੇ ਵਾਲਦ ਸਾਹਿਬ, ਮੇਰੇ ਪਿਤਾ ਜੀ, ਉਹ ਗੁਰਬਰ ਅਕਾਲ ਨੂੰ ਅਮਲੀ ਤੌਰ ਤੇ ਮੰਨਦੇ ਸੀ ਕਿ ਗੁਰੂ ਅਕਾਲ ਪੁਰਖ ਦਾ ਨਿਜ ਸਰਗਣ ਸਰੂਪ ਹੈ। ਹੁਣ ਜੇ ਅਕਾਲ ਪੁਰਖ ਦਾ ਸਰਗਣ ਸਰੂਪ ਹੈ, ਮੈਂ ਇਹ ਸਵਾਲ ਕਰਾਂ ਕਿ ਉਹ ਇਹ ਕਰ ਸਕਦਾ ਹੈ, ਕਿ ਉਹ ਬੋਲ ਸਕਦਾ ਹੈ, ਕਿ ਉਹ ਲਿਖ ਸਕਦਾ ਹੈ? ਮੇਰਾ ਖਿਆਲ ਹੈ ਮੂਰਖਤਾ ਹੋਏਗੀ। ਗੱਲ ਹੈ ਉਸ ਚੀਜ਼ ਨੂੰ ਸਮਝੇ ਬਿਨਾ, ਕਿਉਂਕਿ ਜਦੋਂ ਉਸ ਚੀਜ਼ ਨੂੰ, ਹੁਣ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸੀ ਨਾ ਕਿ ਰਾਮ ਕ੍ਰਿਸ਼ਨਾ ਅਵਤਾਰ ਲਿਖ ਰਹੇ ਹੈ, ਕਹਿ ਰਹੇ ਹੈ ਦਸਮ ਕਥਾ ਭਗਵਤ ਕੀ ਬਾਖਾ ਕਰੀ ਬਣਾਏ, ਅਵਰ ਵਾਸਨਾ ਨਾ ਹੈ ਪ੍ਰਭ ਧਰਮ ਯੁੱਧ ਕੋ ਚਾਹੇ। ਮਕਸਦ ਦੱਸੀ ਜਾ ਰਹੇ। ਕ੍ਰਿਸ਼ਨਾ, ਸ਼੍ਰੀ ਕ੍ਰਿਸ਼ਨ ਦੀ ਜੀਵਨੀ ਬੜੀ ਕਲਰਫੁਲ ਹੈ, ਬਹੁਤ ਹੀ ਕਲਰਫੁਲ ਜੀਵਨੀ ਹੈ। ਉਹਨਾਂ ਦਾ ਬਾਲਪਨ, ਉਹਨਾਂ ਦੀ ਜਵਾਨੀ, ਉਹਨਾਂ ਦਾ ਰਾਜ, ਉਹਨਾਂ ਦੀ ਨੀਤੀ, ਉਹਨਾਂ ਦਾ ਰਣਨੀਤੀ ਸਾਰੀ ਕਮਾਲ ਦੀ ਚੀਜ਼ ਹੈ। ਗੁਰੂ ਸਾਹਿਬ ਨੂੰ ਕੋਈ ਉਸ ਨਾਂ ਨਾਲ ਕੋਈ ਦਿੱਕਤ ਨਹੀਂ ਹੈ। ਉਹਨਾਂ ਨੇ ਤਾਂ ਵਾਹਿਗੁਰੂ ਨੂੰ ਵੀ ਕਿਹਾ ਤੁਸੀਂ ਕ੍ਰਿਸ਼ਨ ਨਾਂ ਰੱਖ ਲਓ, ਕੋਈ ਹਰਜ ਨਹੀਂ। ਉਹਨੂੰ ਕ੍ਰਿਸ਼ਨ ਦੇ ਨਾਂ ਨਾਲ ਵੀ ਵਾਹਿਗੁਰੂ ਨੂੰ ਮਨਾ ਲਓ, ਕੋਈ ਹਰਜ ਨਹੀਂ। ਬਿੰਦਰਾਵਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ। ਐ ਵਾਹਿਗੁਰੂ ਮੇਰੇ ਹਿਰਦੇ 'ਚ ਕ੍ਰਿਸ਼ਨ ਬਣ ਕੇ ਗਊਆਂ ਚਰਾ, ਮੇਰੇ ਹਿਰਦੇ ਦੇ ਬੇਲੇ ਦੇ ਵਿੱਚ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਇੱਕ ਵਾਰਨਿੰਗ ਹੈ, ਤੁਸੀਂ ਰੱਬ ਨੂੰ ਕ੍ਰਿਸ਼ਨ ਕਹਿ ਸਕਦੇ ਹੋ, ਕ੍ਰਿਸ਼ਨ ਨੂੰ ਰੱਬ ਨਹੀਂ ਕਹਿ ਸਕਦੇ। ਇਹ ਸਮਝਣ ਵਾਲੀ ਗੱਲ ਹੈ। ਬਿਲਕੁਲ ਠੀਕ ਹੈ ਨਾ। ਇਹ ਜਿਹੜਾ ਜਿੰਨੀ ਦੇਰ ਤੱਕ ਇਹ ਭੇਦ ਨਹੀਂ ਆਏਗਾ, ਹੁਣ ਉਹਦੇ 'ਚ ਆ ਗਿਆ ਜੀ, ਉਹ ਨਾਮ ਆ ਗਿਆ ਜੀ ਰਾਮ ਦਾ ਜੀ, ਉਹਦਾ ਜੀ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਰਥ ਪੁੱਤਰ ਰਾਮ ਬਾਰੇ ਇਹ ਆਇਆ ਹੈ ਕਿ ਗੁਰਮੁਖ ਬੰਧਿਓ ਸੇਤ ਵਿਧਾਤੇ ਹਵਾਲਾ ਦਿੱਤਾ। ਹੁਣ ਰਾਮ ਚੰਦਰ ਨੂੰ ਗੁਰਮੁਖ ਕਿਹਾ। ਹੁਣ ਜੇ ਕਿਸੇ ਨੂੰ ਗੁਰਮੁਖ ਉਹ ਕਹੇ ਜੀ ਰਾਮ ਚੰਦਰ ਜੀ ਗੁਰਮੁਖ ਸਨ, ਉਹ ਤੁਸੀਂ ਕਹੋ ਜੀ ਇਹ ਕੀ ਬੋਲੀ ਜਾਂਦਾ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਗੁਰਮੁਖ ਬੰਧਿਓ ਸੇਤ ਵਿਧਾਤੇ, ਪਰ ਪੂਰਾ ਜਿਹੜਾ ਕ੍ਰਿਸ਼ਨ ਅਵਤਾਰ ਵੀ ਜਿਸ ਵੇਲੇ ਲਿਖ ਰਹੇ ਹੈ, ਕ੍ਰਿਸ਼ਨ ਲੀਲਾ ਦੇ ਵਿੱਚ, ਕ੍ਰਿਸ਼ਨ ਚਰਿੱਤਰ ਦੇ ਵਿੱਚ ਅਖੀਰਲਾ ਜਿਹੜਾ ਰੂਪ ਹੈ ਕ੍ਰਿਸ਼ਨ ਦਾ, ਉਹ ਰਣਛੋੜ ਜੀ ਹੈ। ਸ਼੍ਰੀ ਕ੍ਰਿਸ਼ਨ ਦਾ ਗਲਤ ਨਹੀਂ ਹੈ, ਸਹੀ ਦੀ ਗਲਤ ਨਹੀਂ ਹੈਗੀ। ਉਹਨਾਂ ਦਾ ਜੀਵਨ ਹੈ, ਉਹਨਾਂ ਦਾ ਉਸ ਤਰ੍ਹਾਂ ਦਾ ਜੀਵਨ ਹੈ, ਉਹਨਾਂ ਦਾ ਉਸ ਤਰ੍ਹਾਂ ਦਾ, ਉਹਨਾਂ ਨੂੰ ਨਾਟਕ ਮਿਲਿਆ ਉਹ ਕਰ ਰਹੇ ਹੈ, ਜਿਹੜਾ ਰੱਬ ਵੱਲੋਂ ਮਿਲਿਆ ਹੈਗਾ ਕਰ ਰਹੇ ਹੈ। ਔਰ ਉਹਦੇ ਵਿੱਚ ਉਹ ਕ੍ਰਿਸ਼ਨ ਜਿਹੜੇ ਹੈ ਉਹ ਰਣਛੋੜ ਜੀ। ਅੱਜ ਤੁਸੀਂ ਗੁਜਰਾਤ ਵਿੱਚ ਜਾਓ, ਬਹੁਤ ਨਾਮ ਮਿਲਣਗੇ ਰਣਛੋੜ ਜੀ। ਤੁਸੀਂ ਟੈਲੀਫੋਨ ਡਾਇਰੈਕਟਰੀ ਦੇਖੋ, ਵੱਧ ਤੋਂ ਵੱਧ ਨਾਂ ਰਣਛੋੜ ਜੀ ਹੋਣਗੇ। ਹੁਣ ਕਦੀ ਰਣਛੋੜ ਜੀ ਦਾ ਮਤਲਬ ਸਮਝੋ, ਰਣ ਛੱਡ ਦਿੱਤਾ। ਕ੍ਰਿਸ਼ਨ ਅਵਤਾਰ ਲਿਖ ਰਹੇ ਹੈ ਗੁਰੂ ਸਾਹਿਬ, ਔਰ ਕਹਿ ਕੀ ਰਹੇ ਹੈ, ਅਵਰ ਵਾਸਨਾ ਨਾ ਹੀ ਪ੍ਰਭ ਧਰਮ। ਉਹਦੇ 'ਚ ਕਹਿ ਰਹੇ ਹੇ ਰਵ ਹੇ ਸਸ ਹੇ ਕਰਨਾ ਨਿਦ, ਮੇਰੀ ਅਬੈ ਬੇਨਤੀ ਸੁਣ ਲੀਜੇ, ਔਰ ਨਾ ਮੰਗਤ ਹੋ ਤੁਮ ਤੇ ਕ ਚਾਹਤ ਹੋ ਚਿਤ ਮੈਂ ਸੋਈ ਕੀਜੇ, ਸ਼ਸਤਰਨ ਸਿਓਤ ਹੀਰਣ ਭੀਤਰ ਜੂਝ ਮਰੋ ਤੋਂ ਸਾਚ ਭਤੀਜੇ। ਉਥੇ ਰਣਜੂਝ ਦੀ ਗੱਲ ਕਰ ਰਹੇ, ਮੈਂ ਰਣਜੂਝ ਬਣਾਂਗਾ, ਮੈਂ ਰਣ ਛੋੜ ਨਹੀਂ ਬਣਾਂਗਾ। ਕੀ ਬਾਤ ਹੈ ਜੀ, ਕੀ ਬਾਤ। ਗੱਲ ਬੜੀ ਸਿੰਪਲ ਹੈ। ਯਾਨੀ ਉਹਨਾਂ ਨੂੰ ਇਸ ਨੂੰ ਕਿਹਾ ਜਾਂਦਾ ਹੈ ਉਸ਼ਟ ਲਸ਼ਟਿਕਾ ਮੋਸ਼ਨ ਅਲੰਕਾਰ। ਉਸ਼ਟ ਲਸ਼ਟਿਕਾ, ਊਂਠਾਂ ਵਾਲੇ ਜਦੋਂ ਊਂਠ ਲੱਦ ਕੇ ਲਿਜਾਂਦੇ ਹੁੰਦੇ ਆ, ਲੱਕੜਾਂ ਲੱਦੀਆਂ, ਊਂਠ ਰੁਕਦਾ ਹੈ, ਇੱਕ ਲੱਕੜ ਕੱਢ ਕੇ ਉਹਨੂੰ ਠੋਕਦੇ ਆ, ਫਿਰ ਊਂਠ ਲੱਕੜ ਵਾਪਸ। ਗੁਰੂ ਸਾਹਿਬ ਨੂੰ ਕੋਈ ਇਤਰਾਜ਼ ਨਹੀਂ ਹੈ ਸ਼੍ਰੀ ਰਾਮ ਨੂੰ ਗੁਰਮੁਖ ਰਾਮ ਕਹਿਣੇ 'ਚ, ਕ੍ਰਿਸ਼ਨ ਨੂੰ ਧੰਨ ਧੰਨ ਮਾਤਾ ਦੇਵਕੀ ਉਹਨਾਂ ਨੂੰ ਕਹਿਣੇ 'ਚ ਕੋਈ ਇਤਰਾਜ਼ ਨਹੀਂ ਹੈ। ਪਰ ਦੋਨਾਂ 'ਚ ਫਰਕ ਹੈ ਕਿ ਗੁਰੂ ਸਾਹਿਬ ਨੇ ਉਸਤਤ ਕੀਤੀ ਹੈ, ਸਤੁਤੀ ਕੇਵਲ ਪਰਮਾਤਮਾ ਦੀ। ਸਤੁਤੀ ਤੇ ਉਸਤਤ ਵਿੱਚ ਬੜਾ ਫਰਕ ਹੈ। ਦੇਵੀ ਜੂ ਕੀ ਉਸਤਤ ਹੈ ਕਿਸੇ ਦੀ ਤਾਰੀਫ ਕਰਨੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਦੀ ਵੀ ਕੀਤੀ ਹੈ। ਹੁਣ ਤੁਸੀਂ ਕਿਸੇ ਦੁਸ਼ਮਣ ਦੀ ਵੀ ਉਹਦੀ ਰਣ ਕੌਸ਼ਲ ਦੀ ਅਗਰ ਤਾਰੀਫ ਕਰਦੇ ਹੋ, ਇਹ ਕੋਈ ਗਲਤ ਨਹੀਂ ਹੈ।
ਬਿਲਕੁਲ ਕੋਈ ਹਰਜ ਨਹੀਂਗਾ। ਠੀਕ ਹੈ, ਸਾਡੇ ਦੁਸ਼ਮਣਾਂ ਨੇ ਵੀ ਜਿਵੇਂ ਕਾਜ਼ੀ ਨੂਰ ਮੁਹੰਮਦ ਨੇ ਸਿੱਖਾਂ ਦੀ ਬੜੀ ਤਾਰੀਫ ਵੀ ਕੀਤੀ ਹੈ, ਪਰ ਇਹ ਨਹੀਂ ਕਿ ਉਹਨੇ ਸਿੱਖ ਧਰਮ ਅਪਣਾ ਲਿਆ ਜਾਂ ਸਿੱਖ ਮਤ ਨੂੰ ਅਪਣਾ ਲਿਆ। ਸੋ ਗੁਰੂ ਸਾਹਿਬ ਜਦੋਂ ਕ੍ਰਿਸ਼ਨ ਅਵਤਾਰ ਲਿਖ ਰਹੇ ਆ, ਔਰ ਉਹ ਵੀ 21 ਸਾਲ ਦੀ ਉਮਰ 'ਚ ਭੰਗਾਣੀ ਦੇ ਯੁੱਧ ਤੋਂ ਪਹਿਲੇ, ਔਰ ਉਸ ਨੂੰ ਚਰਿਤਾਰਥ ਕੀਤਾ ਹੈ 2 ਸਾਲ ਬਾਅਦ। ਜੇ ਰਾਮਾ ਅਵਤਾਰ ਲਿਖ ਰਹੇ ਆ, ਬੜਾ ਕੁਝ ਲਿਖ ਰਹੇ ਆ, ਸਾਰਾ ਕੁਝ ਲਿਖ ਰਹੇ ਆ, ਔਰ ਉਹਦੇ 'ਚ ਕਈ ਕੁਝ ਉਹਦੇ 'ਚ ਤਾਰੀਫ ਵੀ ਕਰਦੇ, ਕਹਿੰਦੇ ਜ਼ੁਲਫੇ ਹਸੀਨ ਜਾਕੀ ਮਾਦਕ ਸ਼ਰਾਬ ਪੀਨੇ, ਕਿੰਨਾ ਕੁਝ ਉਹਦੇ ਬਾਰੇ ਲਿਖਿਆ। ਪਰ ਅਖੀਰ ਦੇ ਵਿੱਚ ਕਿਹਾ ਕਿ ਰਾਮ ਕਥਾ ਜੁਗ ਜੁਗ ਅਟਲ, ਇਹ ਰਾਮ ਦੀ ਕਹਾਣੀ ਜੁਗ, ਔਰ ਵਾਕਈ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਰਾਮਕਾਰ ਬਿਲਕੁਲ ਦੁੱਖ ਲਗੇ ਨਾ ਪਾਈ, ਰਾਮ ਦੀ ਕਾਰ ਜਿਹੜੀ ਹੈ ਉਹ ਲਕੀਰ ਹੈ, ਕਦੀ ਨਹੀਂ ਮਿਟ ਸਕਦੀ। ਹਵਾਲੇ ਆਏ, ਸਾਰਾ ਕੁਝ ਆਏ, ਪਰ ਅਖੀਰ ਵਿੱਚ ਕਨਕਲੂਡ ਕੀ ਕਰਦੇ ਆ ਗੁਰੂ ਸਾਹਿਬ? ਕਦੀ ਉਹਨਾਂ ਦਾ ਉਹ ਜਿਹੜਾ ਵਰਣਨ ਹੈ ਸਾਹਿਤਕ ਪੱਖ ਵੀ ਜੇਕਰ ਲੈ ਲਿਆ ਜਾਏ ਤਾਂ ਇਤਨਾ ਕਮਾਲ ਦਾ ਉਹ ਹੈਗਾ, ਜਿਹੜਾ ਬੰਦਾ ਕਦੀ ਉਹਦੇ 'ਚ ਹੀ ਖੁੱਭ ਜਾਂਦਾ। ਬਿਲਕੁਲ ਕਿ ਰਾਵਣ ਦੀ ਵੋਟੀ ਮੰਦੋਦਰੀ ਉਹਨੂੰ ਕਹਿ ਰਹੀ ਹੈ, ਮੰਦੋਦਰੀ ਉਸ ਨੂੰ ਕਹਿ ਰਹੀ ਹੈ ਕਿ ਕੀ ਤੂੰ ਮਤਲਬ ਕਿਉਂ ਸੀਤਾ ਚੁੱਕ ਲਿਆ, ਉਹਨੂੰ ਵਾਪਸ ਦੇ ਦੇ। तो कह रहे चौर चंद्रंग करंग छत्र सूरज धरंग वेद ब्रह्मा रंग द्वार मेरे पाक पावंग करण बीर बरनंग धरंग जच विद्या धरंग कीन चेहरे। बिल्कुल गुरु ग्रंथ साहब की ट्रांसलेशन है, चंद सूरज जाके तप्त रसोई पैसंतर जाके कपड़े धोए, बिल्कुल है। कितनी उहदे च है। और फिर वो कह रहे हैं मदोदरी कहती कितनी सॉफ्टनेस है साहित्यक पक्ष तो कलम विच। गुरु गोबिंद सिंह साहब की कलम है, मूँह मंदोदरी के मूँह च पा के कह रहे हैं, कहती है सूरबीरा सजे घोर बाजे बजे भाज कंता सुने राम आए, बल मारियो बली सिंध पाटियो जिन्हें राम अवतार सोई कहाए, ब्याद जीतियो जिन्हें जंब मारियो उन्हें तिन ताहू से बैर कैसे रचाए, दे मिलो जान की बात है सियान की चाम के नाम काहे चलाए। क्यों चमड़े दे सिक्के चलाई जाना, दे दे ओदी सीता वापस, तू रख के की करनी। हुण अपनी आई ते आ गया। देखो कलम शाब्दिक चित्रण कितना कर रहे हैं गुरु साहब। गुरु साहब कह रहे हैं, कहते हैं कि बावरी रांड क्या भांड बातें बके, पागल जनानी बकवास करी जा रही है इन्नी देर दी। देखो उन्हां दे शब्दां दी चोण, जदों उहदा चित्रण करैक्टर है तो उहदे लफ्ज़ जिहड़े है एप्रोप्रीएट। हुण रावण बोल रहा है, कहंदा रावण कहंदा बावरी रांड क्या भांड बातें बके, रंग से राम का छोड़ रासा, काढ़ हो बान बांस दै बाकी, देखियो आज ताको तमाशा, 20 बाहंग धरंग शीस दसंग सिरण, सैन संभू है संग मेरे, भाज जय है कहाँ बाट पै है ओ हम मारे हो बाज जैसे बटेरे, 20 मेरियां बावां है 10 मेरे सिर है, फौजां मेरे नाल है भज के जाएगा कित्थे, इदां रगड़ांगा जिद्दां बटेरा रगड़दा बटेरे नूं बाज रगड़दा। बिल्कुल जी। सो मेरा मतलब जिहड़ा जिहदा एप्रोप्रीएट करैक्टर कहानी लिखी, और कहंदे राम कथा जुग जुग अटल, 100 तो वध रामायण हैगियां, और भावें मलेशिया है इंडोनेशिया है कई जगह राम की कहानी वख-वख रूपां चलती है, वख-वख लिखारी है। सो गुरु साहब ने कहा राम कथा जुग जुग अटल, ये नहीं मिट सकती, ये मिटेगी नहीं, पिटा के भी नहीं मिट सकता। पर हुण कनकलूड कर रहे हैं राम अवतार, कहते राम और रावण की कहानी बड़ी सोहनी है, बहुत वधिया है, जंग भी बड़ा वधिया, पर साध असाध जानो नहीं बात सुबाद विवाद। साध की है तो साध की है, ये विवाद का विषय मैं झगड़े च नहीं पैंदा। साध असाध जानो नहीं बात सुबाद विवाद, ग्रंथ सगल पूरन की हो भगवत कृपा प्रसाद। अगली लाइन सवैया पाए गए जबते तुमरे तबते को आंख तेरे नहीं आने हो, राम रहीम पुराण कुरान अनेक कहे मत एक ना मान्यो, सिमरत शाह। मतलब मकसद ये है लिखण दा, बिल्कुल जी, मकसद जिहड़ा है गुरु साहब दा सारा इष्ट कौन है, उहदी कहानी उष्टलिष्टिका अलंकार है, किसी के हवाले। अज अगर मैं इत्थे दसना है तो मैं लोकली अमेरिका च मैं ट्रंप की ते हिलरी की गल करके हवाला देंगा ना, किसी को कुछ चीज़ समझानी हैगी। सो उन्हां दे जे उत्थे दे सिख उसदा सीगा। पर गुरु साहब दा कमाल है, छोटे छोटे लफ्ज़ां दे विच जिहड़े उन्होंने आदेश जिहड़े उन्होंने प्रिंसीपल्स देते, एक लफ्ज़ गुरु साहब दा और उस यूनीवर्सल है, वो कहंदे खड़ग हाथ जिन तजो, ये भी चरित्रों वाख्यान चो है, खड़ग हाथ जिन तजो, जिस बंदे दे हाथ दा तलवार दे दस्ते तो हाथ हट जाएगा, बिल्कुल ना, रिमूव मूव योर हैंड फिस्ट फ्रॉम द हिल्ट ऑफ द स्वॉर्ड, खड़ग हाथ जिन तजो खड़ग धारा सहो, फिर तलवार तुहाडे सिर ते डिगेगी। बिल्कुल जी, बिल्कुल। फिर एक लाइन होर गुरु साहब कह रहे हैं, कहते एक मदी एक शराबी होए
ਦੂਜੇ ਤਰਨ ਦੂਜੀ ਜਵਾਨੀ ਹੋਏ, ਤੀਜੇ ਅਤ ਧਨ ਧਾਮ, ਇੱਕ ਜਵਾਨ ਹੋਏ ਸ਼ਰਾਬੀ ਹੋਏ ਘਰ ਘਾਟ ਚੰਗਾ ਹੋਏ। ਗੁਰੂ ਸਾਹਿਬ ਏਕ ਮਦੀ ਦੂਜੇ ਤਰਨ ਤੀਜੇ ਅਤ ਧਨ ਧਾਮ, ਪਾਪ ਕਰੇ ਬਿਨ ਕਿਉਂ ਬਚੇ ਬਚੇ ਬਚਾਵੇ ਰਾਮ। ਇਹ ਤਾਂ ਵਾਹਿਗੁਰੂ ਬਚਾ ਸਕਦਾ ਹੈ। ਇਹ ਮਕਸਦ ਹੈ, ਇਹ ਆਦੇਸ਼ ਹੈ ਉਹਨਾਂ ਇਨਸਾਨਾਂ ਸਾਡੇ ਵਰਗੇ ਜਾਨਵਰ ਰੂਪੀ ਪਸ਼ੂਆਂ ਰੂਪੀ ਇਨਸਾਨਾਂ ਨੂੰ ਅਕਾਲ ਪੁਰਖ ਨਾਲ ਮਿਲਾ ਕੇ ਆਪਣਾ ਰੂਪ ਦੇ ਦੇਣਾ, ਆਪਣਾ ਸਾਰਾ ਕੁਝ ਵਾਰ ਦੇਣਾ। ਇਸ ਮਕਸਦ ਲਈ ਉਹ ਸਾਰੀ ਬਾਣੀ ਦੀ ਰਚਨਾ। ਬਿਲਕੁਲ ਜੀ, ਇਹ ਮਨ 'ਚ ਸਵਾਲ ਤੇ ਬਹੁਤ ਉੱਠਦੇ ਪਏ ਸਨ, ਤੇ ਪਰ ਤੁਸੀਂ ਜਦੋਂ ਗੱਲਾਂ ਕਰਦੇ ਸੀ ਉਹਨਾਂ ਸਵਾਲਾਂ ਤੇ ਪੜਦੇ ਪਈ ਜਾਂਦੇ ਸਨ। ਚਲੋ ਗੁਰੂ ਮੈਂ ਤਾਂ ਨਹੀਂ ਤੁਹਾਨੂੰ ਟੋਕਿਆ। ਤੁਹਾਡੇ ਕੋਲ ਉਹਨਾਂ ਦੀ ਬਾਣੀ ਹੈ, ਉਹਨਾਂ ਦੀ ਬਾਣੀ ਇਹਨਾਂ ਕੋ ਕਲਾ ਆ ਨਾ ਜੀ। ਬਿਲਕੁਲ। ਤੇ ਜਿਹੜਾ ਤਰੀਕਾ ਆ, ਕਿਉਂਕਿ ਲੋਕ ਪੈਕਿੰਗ ਖੋਲਦੇ ਨੇਗੇ ਉੱਦੇ ਕਈ ਇਹਦੇ ਵਿੱਚ ਬਹੁਤ ਮਾੜੀਆਂ ਚੀਜ਼ਾਂ, ਮਾੜੀਆਂ ਚ ਖੋਲ ਕੇ ਦੇ ਦਿਖਾ ਲੈਣਗੇ ਨਾ ਤੁਹਾਨੂੰ। ਬਿਲਕੁਲ ਜੀ, ਬਿਲਕੁਲ ਇਸ ਤਰ੍ਹਾਂ ਚਾਹੀਦਾ ਹੈ, ਕਿਉਂਕਿ ਬਹੁਤ ਜ਼ਰੂਰੀ ਨੇ। ਭੁਲੇਖੇ ਜ਼ਿਆਦਾ ਪਾਏ ਹੋਏ ਆ, ਤਾਂ ਦੋ ਫੜਦੇ ਕਿਉਂ? ਦੇਖੋ ਜੀ, ਰੱਖੋ ਪਰ ਹੁਣ ਕੰਨਾਂ ਦੇ ਕੱਚੇ। ਮੌਲਾਨਾ ਰੂਮੀ ਕਹਿੰਦਾ ਤੂੰ 3 ਚੀਜ਼ਾਂ ਕਰ ਲੈ, ਮੈਂ ਗਰੰਟੀ ਦਿੰਨਾ, ਕੰਨ ਬੰਦ ਕਰ, ਅੱਖਾਂ ਬੰਦ ਕਰ, ਮੂੰਹ ਬੰਦ ਕਰ, ਰੱਬ ਨਾ ਮਿਲੇ ਮੈਨੂੰ ਫੜ ਲਿਆ। ਬਿਲਕੁਲ ਜੀ, ਬਿਲਕੁਲ। ਤੇ ਭਾਈ ਸਾਹਿਬ ਤੁਸੀਂ ਕਥਾ ਗੁਰੂ ਘਰ ਕਰਦੇ ਜੇ, ਤੇ ਕਿਹੜਾ ਟਾਈਮ ਹੈਗਾ ਸੰਗਤਾਂ ਨੂੰ ਵੀ ਮਾੜਾ ਜਿਹਾ ਪਤਾ ਲੱਗ ਜੇ? ਹਾਂਜੀ, ਰਹਿਰਾਸ ਸਾਹਿਬ ਤੋਂ ਬਾਅਦ ਤਕਰੀਬਨ 6:30 ਵਜੇ ਦੀਵਾਨ ਆਰੰਭ ਹੋ ਜਾਂਦਾ ਹੈ। ਅੱਛਾ ਜੀ। 6:30 ਤੋਂ 7:10-40 ਮਿੰਟ ਤੱਕ ਪਹਿਲਾਂ ਮੇਰਾ ਟਾਈਮ ਹੁੰਦਾ ਕਥਾ ਦਾ, ਤੇ ਫਿਰ ਲਾਂਬਾ ਸਾਹਿਬ ਲੈਕਚਰ ਦੇਣਗੇ। ਅੱਛਾ ਜੀ। ਇਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘ ਆਏ ਨੇ, ਹੋਰ ਵੀ ਜਥੇ ਸਾਡੇ ਕੋਲ ਭਾਈ ਗੁਰਕੀਰਤ ਸਿੰਘ ਹੋਰੀ, ਉਹ ਕੀਰਤਨ ਕਰਦੇ ਨੇ, ਤੇ ਤਕਰੀਬਨ ਕੋਈ 8:30 ਵਜੇ ਤੱਕ ਦੀਵਾਨ ਸਾਰਾ ਚੱਲਦਾ ਹੈ। ਬਿਲਕੁਲ ਜੀ, ਬਿਲਕੁਲ। ਕੋਈ ਕਥਾ ਲੜੀਵਾਰ ਚੱਲਦੀ ਹੈ ਕਿ ਜਾਂ ਨੇ? ਕੱਲ ਤਾਂ ਮੈਂ ਟਾਪਿਕ ਇਹੀ ਸ਼ੁਰੂ ਕੀਤਾ ਸੀ ਵੀ ਦਸਮ ਪਾਤਸ਼ਾਹ ਨੂੰ ਬਾਣੀ ਉਚਾਰਨ ਕਰਨ ਦੀ ਲੋੜ ਜਿਹੜੀ ਉਹ ਕਿਉਂ ਪਈ ਹੈ, ਕੀ ਉਹਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਕੋਈ ਵਖਰੇਵਾ ਹੈਗਾ? ਜਾ ਕੇ ਬਿਲਕੁਲ ਕੋਈ ਵਖਰੇਵਾ ਨਹੀਂ। ਜੋ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆ, ਉਹੋ ਹੀ ਉਪਦੇਸ਼ ਦਸਵੇਂ ਪਾਤਸ਼ਾਹ ਦੀ ਪਾਵਨ ਬਾਣੀ ਦਾ ਆ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਦਾ। ਉਹੀ ਆਸ਼ਾ ਉਹੀ ਦੇਸ਼ ਹੈ। ਮੈਂ ਇਹ ਸਬਜੈਕਟ ਲੈ ਕੇ ਚੱਲਿਆ ਹੋਇਆ। ਬਿਲਕੁਲ ਜੀ। ਆਪਣਾ ਟਾਈਮ ਵੀ ਜਿਹੜਾ ਹੈਗਾ ਆ ਉਹ ਵੀ ਸਮਾਪਤੀ ਵੱਲ ਵੱਧ ਰਿਹਾ, ਤੇ ਮੈਂ ਆਏ ਹੋਏ ਜਿਹੜੇ ਪਤਵੰਤੇ ਸੱਜਣ ਨੇ, ਮਹਿਮਾਨ ਨੇ ਸਾਡੇ ਜਿਹੜੇ ਸਟੂਡੀਓ ਦੇ ਵਿੱਚ ਬੈਠੇ ਨੇ, ਜਿਨ੍ਹਾਂ ਦੇ ਕਰਕੇ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਜਾਣਕਾਰੀਆਂ ਜਿਹੜੀਆਂ ਮਿਲੀਆਂ, ਜਿਹੜੀ ਚੀਜ਼ਾਂ ਦਾ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਹੈਗਾ, ਕਿ ਉਹ ਵੀ ਭਾਈ ਸਾਹਿਬ ਤੋਂ ਪਤਾ ਲੱਗਾ। ਤੇ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਕਿ ਗੁਰੂ ਘਰ ਪਹੁੰਚੋ। ਜਿਹੜੀ ਲੜੀਵਾਰ ਕਥਾ ਚੱਲ ਰਹੀ ਹੈ, ਜਿਸ ਟੌਪਿਕ ਤੇ ਵੀ ਕਥਾ ਭਾਈ ਸਾਹਿਬ ਨੇ ਸ਼ੁਰੂ ਕੀਤੀ ਹੋਈ ਹੈ, ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਆਪਣੀ ਜੀਵਨ ਨਾਲ ਜੋੜਨ ਦੀ ਲੋੜ ਹੁੰਦੀ ਹੈ, ਆਪਣੇ ਆਪ ਹੀ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਂਦਾ। ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਆਪਣੇ ਇਸ ਤਨ ਦੇ ਨਾਲ ਜੋੜਾਂਗੇ, ਤੇ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਹੀ ਇਸ ਦਿਲ ਦੇ ਵਿੱਚ ਵਸ ਜਾਂਦੇ ਨੇ। ਤੇ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ? ਪ੍ਰੋਗਰਾਮ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ, ਤੇ ਜਰੂਰ ਆਪਣੇ ਫੀਡਬੈਕ ਭੇਜਿਓ ਜੇ, ਤੇ ਸਾਰਿਆਂ ਨੂੰ ਹੀ ਪਿਆਰ ਭਰੀ ਫਤਿਹ ਬੁਲਾਉਂਦੇ ਹਾਂ, ਤੇ ਨਾਲੇ ਆਏ ਹੋਏ ਪਤਵੰਤੇ ਸੱਜਣਾ ਨੂੰ ਵੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।